ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਪਛਮ ਤੇ ਉਠ ਖਾਲਸਾ ਚਮਕੇ ਪੂਰਬ ਪੰਥ ਦੁਰੇ ਦੁਸ਼ਟ ਸਭ ਪਰਬਤੀ ਮੌਨ ਮੋਰਜ ਕੋ ਪੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਪਿਛਲੇ ਦਿਨੀ, ਜਦੋਂ ਮਾਤਾ ਗੁਜਰੀ ਜੀ ਨੇ ਆ ਕਰਕੇ ਕਿਹਾ, ਲਾਲ ਇਤਨੀ ਮਾਇਆ ਗੁਰੂ ਘਰ ਵਿੱਚ ਪਈ ਹੈ, ਇਹ ਆਪਣੇ ਸਿੱਖਾਂ ਨੂੰ ਵੰਡਦੇ ਭੁੱਖੇ ਰਹਿੰਦੇ ਹੈ। ਜਿਸ ਵੇਲੇ ਕਿ ਪਹਾੜੀਆਂ ਨੇ ਘੇਰਾ ਪਾ ਲਿਆ, ਬਾਹਰੋਂ ਰਾਸ਼ਨ ਅੰਦਰ ਨਹੀਂ ਆਉਣ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦਿਨਾਂ ਵਿੱਚ ਮਾਤਾ ਨੂੰ ਕਿਹਾ ਸੀ, ਮਾਤਾ ਇਹ ਜਿਹੜੀ ਮਾਇਆ ਨਾ ਚੜਾਵੇ ਵਾਲੀ, ਇਹ ਜੇ ਕੋਈ ਇਕੱਲਾ ਖਾਂਦਾ ਹੈ ਤੇ ਉਹਦੇ ਅੰਦਰ ਜ਼ਹਿਰ ਦਾ ਕੰਮ ਕਰਦੀ ਹੈ। ਕਿਉਂਕਿ ਆਪ ਜੀ ਮੱਥਾ ਟੇਕਦੇ ਹੋ ਮਾਇਆ ਦਾ, ਅਤੇ ਤੁਹਾਡੀਆਂ ਅਰਦਾਸਾਂ ਖੁਸ਼ੀ ਵਾਲੀਆਂ ਵੀ ਹੁੰਦੀਆਂ, ਗਮੀ ਵਾਲੀਆਂ ਵੀ ਹੁੰਦੀਆਂ, ਦੁੱਖਾਂ ਵਾਲੀਆਂ ਵੀ ਹੁੰਦੀਆਂ। ਤਾਂ ਮਾਨੋ ਤੁਹਾਡੀਆਂ ਅਰਦਾਸਾਂ ਦੀਆਂ ਚਿੱਠੀਆਂ ਨੇ। ਹੁਣ ਇਸ ਮਾਇਆ ਨੂੰ ਸਾਂਝੇ ਕੰਮਾਂ 'ਤੇ ਵਰਤਿਆ ਜਾਵੇ ਤਾਂ ਇਹ ਸਭ ਦਾ ਭਲਾ ਕਰਦੀ ਹੈ। ਔਰ ਜੇ ਕੋਈ ਇਸ ਮਾਇਆ ਨੂੰ ਕਹੇ ਕਿ ਇਹ ਮੇਰਾ ਹੱਕ ਬਣ ਗਿਆ ਅਤੇ ਹੁਣ ਮੈਂ ਵਰਤੂੰਗਾ, ਜਿਵੇਂ ਲਗਭਗ ਕਈ ਗੁਰੂ ਘਰਾਂ ਦੇ ਵਿੱਚ ਪ੍ਰਧਾਨਗੀਆਂ ਪਿੱਛੇ ਰੌਲੇ ਪੈਂਦੇ ਆ, ਮਕਸਦ ਇਹੋ ਹੀ ਹੈ। ਤਾਂ ਗੁਰੂ ਪਿਆਰਿਓ, ਇਹ ਮਾਇਆ ਪਾਤਸ਼ਾਹ ਕਹਿਣ ਲੱਗੇ ਮੈਂ ਸਿੱਖਾਂ ਨੂੰ ਨਹੀਂ ਦੇਣੀ, ਮੈਂ ਸਿੱਖਾਂ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ। ਇਹ ਮਾਇਆ ਜਿਹੜੀ ਹੈ ਮਨੁੱਖ ਦੀ ਮੱਤ ਮਾਰਦੀ ਹੈ। ਬੇਅੰਤ ਇਸ ਵਿਸ਼ੇ 'ਤੇ ਸਾਖੀਆਂ ਹਨ। ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਸਿੱਖ ਨੇ ਪ੍ਰਸ਼ਾਦ ਲਿਆਂਦਾ, ਕੜਾਹ ਪ੍ਰਸ਼ਾਦ ਲਿਆਂਦਾ, ਅਤੇ ਉਸ ਨੂੰ ਖੁਸ਼ਬੂਆਂ ਆਉਂਦੀਆਂ ਦੇਸੀ ਘਿਓ ਦਾ ਬਣਿਆ ਹੋਇਆ, ਅਤੇ ਕਿਸੇ ਇੱਕ ਸਿੱਖ ਨੂੰ ਬੈਠੇ ਬੈਠੇ ਨੂੰ ਖੁਸ਼ਬੂ ਆਈ ਅਤੇ ਉਹਨੇ ਫੁਰਨਾ ਬਣਾਇਆ ਵੀ ਆ ਤਾਂ ਬੜਾ ਸਵਾਦ ਬਣਿਆ, ਲੱਗਦਾ ਯਾਰ ਜੇ ਕਿਤੇ ਸਾਰਾ ਹੀ ਮਿਲ ਜੇ ਨਾ ਰੱਜ ਲਈਏ।
ਤੇ ਜਾਨੀ ਜਾਨ ਸਤਿਗੁਰਾਂ ਨੇ ਵੀ ਬੁੱਝ ਲਿਆ ਤੇ ਸਿੱਧਾ ਹੀ ਸੱਦ ਲਿਆ, ਕਹਿੰਦੇ ਉਰੇ ਆ। ਹਾਂ ਮਹਾਰਾਜ ਆ ਛਕ ਲਾ ਪ੍ਰਸ਼ਾਦ। ਬੜਾ ਖੁਸ਼ ਹੋਇਆ ਵੀ ਆ ਤਾਂ ਮੇਰੇ ਦਿਲ ਦੀ ਹੋ ਗਈ। ਬਾਬੇ ਨੇ ਸਿੱਧੇ ਫੜਾਤਾ ਬਾਟਾ ਚੱਕ ਕੇ 2-2.5 ਕਿਲੋ ਦੇਖਦਾ ਚੱਕਿਆ ਤੇ ਬਾਹਰ ਜਾ ਕੇ ਬੈਠ ਕੇ ਸਾਈਡ ਤੇ ਛਕ ਲਿਆ। ਕਈ ਦਿਨ ਲੰਘੇ, ਲੱਤਾਂ ਬਾਹਾਂ ਤੇ ਖੁਰਕ ਜੀ ਹੋਣ ਲੱਗੀ, ਫਿਰ ਉੱਚੜ ਜੇ ਗਈਆਂ ਲੱਤਾਂ ਬਾਹਾਂ, ਫਿਰ ਪਾਣੀ ਜਾਂ ਖੂਨ ਜਾ ਵਗਣ ਲੱਗਿਆ। ਤੇ ਪਾਤਸ਼ਾਹ ਕੋਲ ਆ ਕੇ ਕਹਿੰਦਾ ਮਹਾਰਾਜਾ ਪਤਾ ਨਹੀਂ ਕੀ ਹੋ ਗਿਆ ਮੇਰੇ ਖੁਰਕ ਜੀ। ਪਾਤਸ਼ਾਹ ਕਹਿੰਦੇ ਮੈਨੂੰ ਕੀ ਪਤਾ, ਤੈਨੂੰ ਵੀ ਪਤਾ ਉਹ ਕੀ ਖਾਧਾ ਤੂੰ। ਕਹਿੰਦੇ ਜੀ ਮੈਂ ਕੋਈ ਇਹੋ ਜਿਹੀ ਚੀਜ਼ ਨਹੀਂ ਖਾਧੀ। ਕਹਿਣ ਲੱਗੇ ਪਾਤਸ਼ਾਹ ਨਹੀਂ ਵੇਖ ਯਾਦ ਕਰ ਕੁਛ ਖਾਧਾ ਹੋਣਾ, ਉਹਦਾ ਹੀ ਇਰੈਕਸ਼ਨ ਹੈ ਇਹ। ਕਹਿੰਦੇ ਜੀ ਨਹੀਂ। ਕਹਿੰਦੇ ਜਿਹੜਾ ਉਹਦੇ ਕੜਾਹ ਪ੍ਰਸ਼ਾਦ ਖਾਧਾ ਸਾਰਾ ਬਾਟਾ ਇਕੱਲੇ ਨੇ, ਉਹ ਤਾਂ ਜੀ ਕੜਾਹ ਪ੍ਰਸ਼ਾਦ ਸੀਗਾ। ਕਹਿੰਦਾ ਸੀ ਤਾਂ ਕੜਾਹ ਪ੍ਰਸ਼ਾਦ। ਪਾਤਸ਼ਾਹ ਕਹਿੰਦੇ ਪਰ ਜਿਹੜਾ ਬੰਦਾ ਲੈ ਕੇ ਆਇਆ ਸੀਗਾ ਤੈਨੂੰ ਪਤਾ ਉਹ ਕਿਉਂ ਲਿਆਇਆ ਸੀਗਾ। ਕਹਿੰਦੇ ਜੀ ਨਹੀਂ ਪਤਾ। ਕਹਿੰਦੇ ਉਹਦੇ ਖੁਰਕ ਪਈ ਹੋਈ ਸੀ ਔਰ ਬਹੁਤ ਦੁਖੀ ਸੀ ਉਹ, ਤੇ ਉਹਨੇ ਸੁੱਖੀ ਸੀ ਮੈਂ ਮਹਾਰਾਜ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਦੂੰਗਾ, ਮੇਰੀ ਖੁਰਕ ਹਟ ਜੇ। ਤੇ ਉਹ ਤਾਂ ਲਿਆਇਆ ਸੀਗਾ। ਤੇ ਤੂੰ ਆਉਂਦਿਆਂ ਹੀ ਵੇਖ ਕੇ ਤੇ ਉਹ 'ਤੇ ਅੱਖ ਰੱਖ ਲਈ ਵੀ ਬੜੀ ਸਵਾਦ ਲੱਗਦੀ ਹੈ ਦੇਗ, ਵੀ ਖੁਸ਼ਬੂ ਬੜੀ ਵਧੀਆ, ਤੇ ਜੇ ਕਿਤੇ ਸਾਰੀ ਮਿਲ ਜੇ ਤੇ ਮੈਂ ਤੈਨੂੰ ਫੜਾਤੀ, ਤੇਰੀ ਭਾਵਨਾ ਪੂਰੀ ਕਰਤੀ, ਤੇ ਤੂੰ ਉਹ ਸਾਰੀ ਖਾ ਗਿਆ। ਇਹ ਵੀ ਨਹੀਂ ਕਿਹਾ ਵੀ ਨਹੀਂ ਮਾਰੇ ਵੰਡ ਕੇ ਦੇ ਦਿਓ। ਮਰ ਫਿਰ ਕੀ ਹੋ ਗਿਆ। ਕਹਿੰਦੇ ਉਹਦੀ ਭਾਵਨਾ ਸੀ ਖੁਰਕ ਦੇ ਵਿੱਚ, ਉਹਦੀ ਖੁਰਕ ਹਟ ਗਈ ਤੇ ਤੇਰੇ ਪੈ ਗਈ। ਕਹੋ ਸਤਿਨਾਮ। ਤੇ ਜੇ ਇਹੀ ਪ੍ਰਸ਼ਾਦ ਅਸੀਂ ਸੰਗਤਾਂ ਵਿੱਚ ਭੋਰਾ ਵੰਡ ਦਿੰਦੇ, ਕਿਸੇ ਦੇ ਫੋੜਾ ਹੁੰਦਾ, ਕਿਸੇ ਦੇ ਫੁੰਸੀ ਹੁੰਦੀ, ਕਿਸੇ ਦੇ ਮਾੜਾ ਜਿਹਾ ਮੱਛਰ ਲੜ ਜਾਂਦਾ, ਕਿਸੇ ਦਾ ਕੰਨ ਦੁਖਦਾ, ਕਿਸੇ ਦੀ ਖੰਘ ਹੋ ਜਾਂਦੀ ਮਾੜੀ ਮੋਟੀ, ਤੇ ਥੋੜ੍ਹੇ ਦਿਨਾਂ ਬਾਅਦ ਸਭ ਦੀ ਹਟ ਜਾਂਦੀ ਤੇ ਉਹਦੇ ਵੀ ਠੀਕ ਹੋ ਜਾਂਦੀ। ਕਹੋ ਸਤਿਨਾਮ। ਤੇ ਹੁਣ ਤੂੰ ਖਾਧਾ ਤੇ ਹੁਣ ਤੂੰ ਹੀ ਭੁਗਤ ਮਹਾਰਾਜ, ਇਹ ਤਾਂ ਫਿਰ ਬਹੁਤ ਵੱਡੀ ਗਲਤੀ ਆ। ਫਿਰ ਮੈਂ ਕੀ ਕਰਾਂ ਹੁਣ। ਮਹਾਰਾਜ ਹਾਏ ਨਾ ਕਰੋ, ਤੁਸੀਂ ਹਟਾਓ ਇਹ ਖੁਰਕ ਨੂੰ, ਹੁਣ ਮੇਰੇ ਕਿਵੇਂ ਹਟੂਗੀ। ਕਹਿੰਦੇ 2.5 ਸੇਰ ਤਾਂ ਉਹ ਜਿਹੜੀ ਉਹ ਲਿਆਇਆ ਸੀ ਤੇ 2.5 ਸੇਰ ਜੁਰਮਾਨਾ ਪਸੇਰੀ ਦੀ ਕਰਾ ਹੁਣ। ਕਹੋ ਸਤਿਨਾਮ। ਡਬਲ ਕਰਾਉਣੀ ਪਊ ਹੁਣ। ਇੱਕ ਤਾਂ ਉਹਦੀ ਵਾਲੀ ਵਾਪਸ ਦੇ ਦੇ ਤੇ ਤੂੰ ਆਪਦੇ ਕੋਲੋਂ ਕਰਾ, ਤਾਂ ਉਹਨੂੰ ਪਸੇਰੀ ਦੀ ਦੇਣੀ ਪਈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਦੇਗ ਲੈਣੋਂ ਹੀ ਬੰਦ ਕਰ ਦਈਏ, ਲੈਣੀ ਵੀ ਹੈ ਕਿਉਂਕਿ ਦੁੱਖ ਵੰਡਾਉਣਾ ਸੰਗਤ ਦਾ। ਕਿਣਕਾ ਲੈਣੀ ਸਭ ਨੇ ਹੈ। ਉਸੇ ਤਰ੍ਹਾਂ ਜਿਵੇਂ ਦੇਗ ਹੈ ਉਵੇਂ ਹੀ ਇਹ ਚੜਾਵਾ ਹੈ। ਸਮਝਣ ਦੀਆਂ ਗੱਲਾਂ ਨੇ। ਮਾਇਆ ਜਿਹੜੀ ਹੈ ਉਸੇ ਤਰ੍ਹਾਂ ਹੀ ਹੈ ਜਿਵੇਂ ਦੇਗ ਆ। ਇਹਦਾ ਮਤਲਬ ਇਹ ਨਹੀਂ ਵੀ ਕਿ ਦੇਗ ਤਾਂ ਅੰਦਰ ਗਈ ਤਾਂ ਰਕਸ਼ਨ ਕਰਤਾ ਤੇ ਮਾਇਆ ਰਕਸ਼ਨ ਨਹੀਂ ਕਰਦੀ, ਰਕਸ਼ਨ ਇਹ ਵੀ ਕਰਦੀ ਹੈ, ਇਹ ਵੀ ਉਲਟਾ ਅਸਰ ਕਰਦੀ ਆ। ਪਿੱਛੇ ਪੜ੍ਹਿਆ ਸੀ ਆਪਾਂ, ਪਾਤਸ਼ਾਹ ਕਹਿੰਦੇ ਜਿਹੜੀ ਇਹ ਚੜਾਵੇ ਵਾਲੀ ਮਾਇਆ ਹੈ ਮਨੁੱਖ ਦਾ ਬਲ ਖਤਮ ਕਰ ਦਿੰਦੀ ਹੈ, ਮੱਤ ਮਾਰ ਦਿੰਦੀ ਹੈ ਤੇ ਕੁੱਲ ਰੁਕ ਜਾਂਦੀ ਹੈ। ਅਗਲੇ ਬੱਚੇ ਕਮਲੇ ਜੰਮਣਗੇ। ਕਹੋ ਸਤਿਨਾਮ। ਕਮਲੇ ਬੌਲੇ ਵਿੰਗੇ ਟੇਢੇ ਜੰਮਣਗੇ। ਉਹਨਾਂ ਦੀਆਂ ਮੁੜ ਕੇ ਸ਼ਾਦੀਆਂ ਨਹੀਂ ਹੋਣੀਆਂ, ਮੁੜ ਕੇ ਗਾ ਉਹਨਾਂ ਦੇ ਬੱਚੇ ਨਹੀਂ ਹੋਣੇ, ਤੇ ਫਿਰ ਕੁੱਲ ਖੜ ਗਈ, ਜਾਮ ਹੋ ਗਈ। ਤੇ ਨਿਗਾਹ ਮਾਰ ਕੇ ਦੇਖ ਲਓ, ਕਈ ਇਹੋ ਜਿਹੇ ਹੈਗੇ ਆ ਜਿਹੜੇ ਕਹਿੰਦੇ ਆ ਗੋਲਕਾਂ ਸਾਡੀਆਂ ਹੁਣ ਤੇ ਉਹਨਾਂ ਦੀਆਂ ਗਾਂ ਕੁੱਲਾਂ ਖਤਮ ਹੋਣ ਵਾਲੀਆਂ ਹੀ ਆ। ਕਹੋ ਸਤਿਨਾਮ। ਤੇ ਪਿੱਛੇ ਵੀ ਨਿਗਾਹ ਮਾਰ ਲਓ, ਆਉਣ ਵਾਲਾ ਸਮਾਂ ਵੀ ਦੱਸ ਦਊਗਾ ਆਪਾਂ ਨੂੰ। ਗੁਰੂ ਸਾਹਿਬ ਨੇ ਜੋ ਬੋਲਿਆ ਨਾ ਉਹ ਲੋਹੇ ਤੇ ਲਕੀਰ ਹੈ। ਐਵੇਂ ਨਹੀਂ ਬੋਲਿਆ, ਹਾਸੇ ਮਜ਼ਾਕ 'ਚ ਨਹੀਂ ਬੋਲਿਆ। ਸਾਧ ਜੇ ਬੋਲੇ ਸਹਿ ਸਵਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਇਸ ਕਰਕੇ ਦੇਖੋ ਪਾਤਸ਼ਾਹ ਨੇ ਪਤਾ ਲੱਗਿਆ ਵੀ ਆਉਣ ਵਾਲਾ ਸਮਾਂ ਭਿਆਨਕ ਆ ਰਿਹਾ ਤੇ ਕੋਈ ਚੀਜ਼ ਸਾਂਭੀ ਨਹੀਂ ਜਾਣੀ ਆਪਣੇ ਕੋਲੋਂ। ਦਸ਼ਾਲੇ ਜਿਹੜੇ ਹੈ, ਕੀਮਤੀ ਵਸਤਰ ਹੈ ਜਿਹੜੇ ਹੈ, ਉਹਨਾਂ ਨੂੰ ਵਿਹੜੇ ਵਿੱਚ ਰੱਖ ਕੇ ਅਗਨ ਭੇਟ ਕਰਤਾ। ਆਨੰਦਗੜ੍ਹ ਕਿਲੇ ਦੇ ਵਿਹੜੇ 'ਚ ਰੱਖ ਕੇ ਤੇ ਜਿਹੜੀ ਮਾਇਆ ਸੀ ਉਹ ਦਰਿਆ ਵਿੱਚ ਵਗਾ ਦਿੱਤੀ। ਕਹਿਣ ਲੱਗੇ ਕੋਈ ਗੱਲ ਨਹੀਂ, ਸਮਾਂ ਆਵੇਗਾ ਸਿੰਘਾਂ ਦੇ ਕੋਲੇ ਮਾਇਆ ਘੁੰਮ ਕੇ ਆਵੇਗੀ ਸਾਫ ਸੁਥਰੀ ਹੋ ਕੇ। ਤਾਂ ਪਾਤਸ਼ਾਹ ਜੀ ਕਹਿਣ ਲੱਗੇ ਮਾਤਾ ਜੀ ਇਹ ਮਾਇਆ ਮੈਂ ਆਪਣੇ ਸਿੱਖਾਂ ਨੂੰ ਨਹੀਂ ਦੇਣੀ। ਇੱਕ ਦਿਨ ਸਮਾਂ ਆਵੇਗਾ, ਇਹ ਖਾਲਸਾ ਨਵੇਂ ਸਿਰਿਓਂ ਚਮਕੇਗਾ ਔਰ ਫਿਰ ਪੱਛਮ ਵਾਲੇ ਪਾਸਿਓਂ ਉੱਠੇਗਾ ਤੇ ਚੜ੍ਹਦੇ ਵਾਲੇ ਪਾਸੇ ਨੂੰ ਇਹ ਚੜ੍ਹਾਈ ਕਰਦਾ ਜਾਵੇਗਾ ਤੇ ਚਮਕਦਾ ਜਾਵੇਗਾ। ਇਹ ਵਿਚਾਰ ਹੁਣ ਆਪਾਂ ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ। ਦੋਹਰਾ ਪਛਮ ਤੇ ਉਠ ਖਾਲਸਾ ਚਮਕੇ ਪੂਰਬ ਪੰਥ। ਆਉਣ ਵਾਲਾ ਸਮਾਂ ਐਸਾ ਆਵੇਗਾ, ਮੇਰਾ ਖਾਲਸਾ ਪੰਥ ਨਵੇਂ ਸਿਰਿਓਂ ਛਿਪਦੇ ਵਾਲੇ ਪਾਸਿਓਂ ਚੱਲੂਗਾ, ਅਰਬਸਤਾਨ ਵਾਲੇ ਪਾਸਿਓਂ। ਕਹਿੰਦੇ ਖਾਲਸਾ ਫਿਰ ਦੁਬਾਰੇ ਖੜਾ ਹੋਵੇਗਾ, ਉੱਠੇਗਾ ਤੇ ਪੂਰਬ ਦੇ ਵੱਲ ਚਮਕਦਾ ਜਾਵੇਗਾ, ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਆ। ਤੁਰੇ ਦੁਸ਼ਟ ਸਭ ਪਰਬਤੀ ਮਨ ਮਾਰਜ ਕੋ ਪੰਥ। ਇਹ ਜਿਹੜੇ ਗਲਤ ਰਸਤੇ ਤੁਰਨ ਵਾਲੇ ਹਨ, ਖੋਟੇ ਰਸਤਿਆਂ ਤੇ ਚੱਲਣ ਵਾਲੇ ਹਨ ਪਹਾੜੀਏ, ਇਹ ਫਿਟਕਾਰੇ ਹੋਏ ਪਰਮੇਸ਼ਰ ਵੱਲੋਂ, ਇਹ ਸਭ ਛੁਪ ਜਾਣਗੇ, ਖਤਮ ਹੋ ਜਾਣਗੇ, ਲੁਕ ਜਾਣਗੇ। ਖਾਲਸਾ ਮਿਲੇ ਮੇਲ ਕਰ ਖਾਲਸਾ ਟੁੱਟੇ ਦਿਵਸ। ਜਿਹੜਾ ਖਾਲਸੇ ਨਾਲ ਮੇਲ ਕਰ ਲਵੇਗਾ, ਭਾਵ ਜੋ ਖਾਲਸਾ ਬਣ ਜਾਵੇਗਾ, ਉਹਨੂੰ ਖਾਲਸਾ ਆਪਣੇ ਵਿੱਚ ਮਿਲਾ ਲਵੇਗਾ, ਉਹ ਬਚਿਆ ਰਹੇਗਾ। ਜਿਹੜਾ ਖਾਲਸੇ ਦੇ ਐਂਟੀ ਚੱਲੇਗਾ, ਉਹ ਖਤਮ ਹੋ ਜਾਵੇਗਾ। ਮਿੱਤਰ ਹਿੰਦਵੀ ਮੌਲਵੀ ਗੋਰੇ ਸੁਨੀ ਸੋ ਬੰਸ। ਖਾਲਸੇ ਦੇ ਸਾਰੇ ਮਿੱਤਰ ਹੋਣਗੇ, ਹਿੰਦਵੀ ਵੀ, ਮੌਲਵੀ ਵੀ ਤੇ ਗੋਰੇ ਵੀ। ਦੇਖੋ ਅੰਗਰੇਜ਼ਾਂ ਨੂੰ ਅੱਜ ਸਮਝ ਆਈ ਗੁਰੂ ਨਾਨਕ ਦੇ ਪੰਥ ਦੀ, ਤੇ ਉਹ ਇਸ ਨੂੰ ਗ੍ਰਹਿਣ ਕਰਨ ਲੱਗ ਪਏ ਹਨ। ਕਹੋ ਸਤਿਨਾਮ। ਖਾਲਸਾ ਪੰਥ ਇੱਕ ਐਸਾ ਸਰੂਪ ਹੈ, ਤੁਸੀਂ ਕਿਤੇ ਵੀ ਚਲੇ ਜਾਓ, ਤੁਹਾਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਦੁਨੀਆ ਬੁਲਾਉਂਦੀ ਹੈ। ਇਹ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਸਾਡੇ ਤੇ। ਜੇ ਕੋਈ ਸਾਨੂੰ ਜਾਣਦਾ ਵੀ ਨਾ, ਸਾਡੀ ਦਸਤਾਰ ਦੇਖ ਕੇ, ਸਾਡੀ ਸਾਵਟ ਸੂਰ ਦੇਖ ਕੇ ਸਾਨੂੰ ਅਗਲਾ ਸਰਦਾਰ ਜੀ ਕਹਿ ਕੇ ਬੁਲਾਉਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹ ਸਾਰੇ ਇੱਕ ਦਿਨ ਖਾਲਸੇ ਦੇ ਮਿੱਤਰ ਬਣਨਗੇ, ਆਪਣੀ ਜਾਨ ਬਚਾਉਣ ਵਾਸਤੇ, ਕਿਉਂਕਿ ਖਾਲਸਾ ਹੀ ਫਿਰ ਇਹਨਾਂ ਦੀ ਰੱਖਿਆ ਕਰੇਗਾ। ਆਉਣ ਵਾਲਾ ਸਮੇਂ ਆਵੇਗਾ, ਹਿੰਦਵੀ ਦਾ ਭਾਵ ਭਾਰਤੀ ਲੋਕ ਵੀ, ਮੌਲਵੀ ਭਾਵ ਅਰਬਸਤਾਨ ਦੇ ਲੋਕ ਵੀ, ਤੇ ਗੋਰੇ ਭਾਵ ਬਾਹਰਲੇ ਦੇਸ਼ਾਂ ਦੀਆਂ ਕੰਟਰੀਆਂ ਦੇ ਲੋਕ ਵੀ ਇੱਕ ਦਿਨ ਖਾਲਸੇ ਦੇ ਨਾਲ ਜੁੜ ਜਾਣਗੇ। ਫਿਰ 96 ਕਰੋੜੀ ਖਾਲਸਾ ਪੈਦਾ ਹੋਵੇਗਾ, ਫਿਰ ਇਹ ਖਾਲਸਾ ਪੰਥ ਨਵੇਂ ਸਿਰਿਓਂ ਉੱਠੇਗਾ। ਬਲੀ ਹੋਏਗਾ ਖਾਲਸਾ ਤੁਰਕ ਤੋੜੇਗਾ ਮੌਨ। ਤਾਂ ਇਉਂ ਸਾਡਾ ਖਾਲਸਾ ਪੁੱਤਰ ਤਕੜਾ ਹੋਵੇਗਾ, ਤਾਈਓ ਮੈਂ ਜ਼ਹਿਰੀਲੀ ਮਾਇਆ ਇਹਨੂੰ ਖਵਾਉਂਦਾ ਨਹੀਂ। ਕਹੋ ਸਤਿਨਾਮ। ਤਾਂ ਗੁਰੂ ਪਿਆਰਿਓ, ਬਹੁਤ ਸਾਰੇ ਐਸੇ ਰੱਬ ਦੇ ਪਿਆਰੇ ਵੀ ਦੁਨੀਆ ਵਿੱਚ ਹੈ, ਜਿਨ੍ਹਾਂ ਦੇ ਧਰਮ ਦਾ ਸਦਕਾ, ਸਿਦਕ ਦਾ ਸਦਕਾ ਇਹ ਦੁਨੀਆ ਖੜੀ ਹੈ। ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ, ਜਿਹੜੇ ਕਿ ਇਸ ਮਾਇਆ ਦਾ ਇੱਕ ਪੈਸਾ ਵੀ ਆਪਣੇ ਘਰੇ ਨਹੀਂ ਵੜਨ ਦਿੰਦੇ, ਤੇ ਬਹੁਤ ਐਸੇ ਵੀ ਆ ਜਿਹੜੇ ਜੱਫੇ ਮਾਰ ਕੇ ਬੈਠੇ ਆ। ਕਹੋ ਸਤਿਨਾਮ। ਤੇ ਫਿਰ ਜਿਹੜਾ ਪਾਤਸ਼ਾਹ ਨੇ ਬਚਨ ਬੋਲਿਆ ਉਹ ਵੀ ਪੂਰੇ ਹੋਣੇ ਆ, ਉਹਨਾਂ ਨੇ ਖਤਮ ਵੀ ਹੋਣਾ ਹੈ, ਅਕਸਰ ਬਹਾਨੇ ਬਣਨੇ ਆ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਉਂ ਮੇਰਾ ਖਾਲਸਾ ਤਕੜਾ ਹੋਵੇਗਾ ਤੇ ਤੁਰਕਾਂ ਦੇ ਜ਼ੁਲਮ ਨੂੰ ਖਤਮ ਕਰੇਗਾ। ਟੁੱਟੀ ਗਾਉ ਪਰ ਜਾ ਦੁਖੀ ਨਿਆਉ ਜਾਏਗਾ ਆਉਣਾ। ਕਦੋਂ? ਜਦੋਂ ਪ੍ਰਜਾ ਬਹੁਤ ਦੁਖੀ ਹੋ ਜਾਵੇਗੀ, ਜਦੋਂ ਪ੍ਰਜਾ ਨੂੰ ਲੁੱਟਿਆ ਜਾਵੇਗਾ, ਧਰਤੀ ਤੇ ਨਿਆਂ ਖਤਮ ਹੋ ਜਾਵੇਗਾ। ਅੱਜ ਦਾ ਮਾਹੌਲ ਕੁਝ ਉਹੋ ਜਿਹਾ ਬਣਦਾ ਜਾ ਰਿਹਾ। ਕਹੋ ਸਤਿਨਾਮ। ਰਾਜੇ ਸ਼ੀਹੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਅੱਜ ਤੋਂ 500 ਸਾਲ ਪਹਿਲਾਂ ਬਾਬਾ ਨਾਨਕ ਜਦ ਆਇਆ, ਉਹਨਾਂ ਨੇ ਇਹੀ ਹਾਲਤ ਵੇਖੀ ਸੀ ਜਿਹੜੀ ਅੱਜ ਆਪਾਂ ਦੇਖ ਰਹੇ ਹਾਂ। ਕਹੋ ਸਤਿਨਾਮ। ਆਮ ਜਨਤਾ ਦੁਖੀ ਹੋ ਰਹੀ ਹੈ, ਆਮ ਜਨਤਾ ਨੂੰ ਨਿਆਂ ਨਹੀਂ ਮਿਲ ਰਿਹਾ। ਕੁਝ ਗਿਣਵੇਂ ਚੁਣਵੇਂ ਲੋਕ ਸਾਰੀ ਮਾਇਆ ਦੇ ਨਾਲ ਗੁਲਸ਼ਰੇ ਉਡਾ ਰਹੇ ਹੈ, ਤੇ ਫਿਰ ਇਹਨਾਂ ਨੂੰ ਇੱਕ ਦਿਨ ਖਾਲਸਾ ਹੀ ਆ ਕੇ ਨਿਆਂ ਦੇਵੇਗਾ, ਤੁਰਕ ਤੋੜੇਗਾ ਮੌਨ, ਤੇ ਇਹ ਜਿਹੜੇ ਜ਼ੁਲਮ ਦੇ ਲੋਕ ਹਨ, ਜ਼ਾਲਮ ਲੋਕ ਹਨ, ਇਹਨਾਂ ਨੂੰ ਖਤਮ ਕਰੇਗਾ। ਸਿੱਖ ਨਹੀਂ ਹੋਏ ਵਿਚਾਰਨੀ ਪੁਰਖ ਤੁਰਕ ਕੀ ਆਸ। ਜਿਹੜੇ ਤੁਰਕ ਬੰਦੇ ਪਰਾਈਆਂ ਇਸਤਰੀਆਂ ਦੇ ਨਾਲ ਵਿਵਚਾਰ ਬਣਾਉਣ ਦੀ ਆਸ਼ਾ ਰੱਖਣਗੇ, ਕਾਦਿਨ ਉਪਜੇ ਖਾਲਸਾ ਸਭ ਵਰਨੋਂ ਕੋ ਪਿਆਸ। ਤਾਂ ਐਸਾ ਸਮਾਂ ਆ ਜਾਵੇਗਾ। ਅੱਜ ਇਹ ਵੀ ਮਾਹੌਲ ਬਣਿਆ ਹੋਇਆ। ਅੱਜ ਦਾ ਮੀਡੀਆ ਯੁੱਗ ਹੈ, ਸ਼ਾਇਦ ਟੈਲੀਵਿਜ਼ਨ ਵਾਲੇ ਉਹ ਚੀਜ਼ਾਂ ਨਾ ਦਿਖਾਉਣ ਜਿਹੜੀਆਂ ਆਪਾਂ ਨੂੰ ਕਿਤੋਂ ਨਾ ਕਿਤੋਂ ਦੀਆਂ ਖਬਰਾਂ ਮੋਬਾਈਲਾਂ ਰਾਹੀਂ ਪਹੁੰਚ ਜਾਂਦੀਆਂ। ਕਹੋ ਸਤਿਨਾਮ। ਮੀਡੀਆ ਦਾ ਯੁੱਗ ਹੈ। ਤਾਂ ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਐਸਾ ਵੀ ਸੰਸਾਰ ਦੇ ਵਿੱਚ ਸਮਾਂ ਆ ਜਾਵੇਗਾ, ਇਸਤਰੀਆਂ ਵੀ ਵਿਚਾਰਨੀਆਂ ਹੋ ਜਾਣਗੀਆਂ ਤੇ ਮਨੁੱਖ ਜਿਹੜੇ ਹਨ ਉਹ ਵੀ ਵਿਗੜ ਜਾਣਗੇ। ਔਰ ਜਦੋਂ ਇਹ ਵਿਚਾਰਨੀਆਂ ਹੋ ਗਈਆਂ
ਤਾਂ ਉਹਨਾਂ ਨੂੰ ਸਿੱਖਿਆ ਦੇਣ ਲਈ। ਤਾਂ ਦਿਨ ਉਪਜੇ ਖਾਲਸਾ ਸਭ ਵਰਨੋਂ ਕੋ ਪਿਆਸ। ਵਰਨ ਹੁੰਦੇ ਹਨ ਜਿਵੇਂ ਖੱਤਰੀ, ਬ੍ਰਾਹਮਣ, ਸੂਦ, ਵੈਸ, ਹਿੰਦੂ, ਮੁਸਲਿਮ, ਸਿੱਖ, ਈਸਾਈ। ਤਾਂ ਗੁਰੂ ਨਾਨਕ ਦਾ ਜਿਹੜਾ ਇਹ ਪੰਥ ਹੈ ਇਹ ਸਭ ਦੀ ਸਿੱਖਿਆ, ਸਭ ਨੂੰ ਸਿੱਖਿਆ ਦੇਣ ਵਾਸਤੇ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਨ ਜਹਾਨ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਇਹ ਗੁਰਬਾਣੀ ਕਿਸੇ ਇੱਕ ਫਿਰਕੇ ਦੀ ਨਹੀਂ, ਕਿਸੇ ਇੱਕ ਦੇਸ਼ ਦੀ ਨਹੀਂ, ਕਿਸੇ ਇੱਕ ਸੂਬੇ ਦੀ ਨਹੀਂ, ਕਿਸੇ ਇੱਕ ਤਰ੍ਹਾਂ ਦੇ ਮਨੁੱਖਾਂ ਦੀ ਨਹੀਂ, ਆਲ ਵਰਲਡ ਦੇ ਵਾਸਤੇ ਆ, ਸਾਰੇ ਸੰਸਾਰ ਦੇ ਵਾਸਤੇ ਆ। ਇਸ ਕਰਕੇ ਫਿਰ ਖਾਲਸਾ ਸਾਰੇ ਸੰਸਾਰ ਨੂੰ ਇਸ ਗੁਰਬਾਣੀ ਦਾ ਗਿਆਨ ਦੇਵੇਗਾ ਅਤੇ ਜਿਹਨੂੰ ਸਮਝ ਆਉਂਦੀ ਜਾਵੇਗੀ ਉਹ ਇਹਦੇ ਵਿੱਚ ਮਿਲਦਾ ਜਾਵੇਗਾ। ਜਿਵੇਂ ਆਪਾਂ ਵੇਖਦੇ ਹਾਂ ਗੁਰੂ ਪਿਆਰਿਓ, ਪੱਛਮ ਵਾਲੇ ਪਾਸਿਓਂ ਜਿਹੜੀ ਪੱਛਮੀ ਸੱਭਿਅਤਾ ਸੀ ਥੋੜ੍ਹਾ ਚਿਰ ਪਹਿਲਾਂ ਦੀ, ਭਾਵ ਜੋ ਪੱਛਮੀ ਲੋਕ, ਅੰਗਰੇਜ਼ ਲੋਕ ਜਾਂ ਹੋਰ ਗੋਰੇ ਲੋਕ ਜਿਹੜੇ ਜਿਸ ਤਰ੍ਹਾਂ ਦਾ ਉਹ ਜੀਵਨ, ਬਸਤਰ ਘੱਟ ਪਾਉਣੇ, ਬਿਸਤਰ ਆਦਿ ਦੇ ਜੀਵਨ ਵਰਤਾਨੇ ਸੀਗੇ, ਉਹ ਆਪਾਂ ਕਹਿੰਦੇ ਹਾਂ ਕਈ ਵਾਰੀ ਸਾਡਾ ਜਿਹੜਾ ਹੈ ਭਾਰਤੀ ਸੱਭਿਅਤਾ ਉਹ ਖਤਮ ਹੁੰਦੀ ਜਾਂਦੀ ਹੈ। ਪੰਜਾਬੀ ਸੱਭਿਅਤਾ, ਪੱਛਮੀ ਸੱਭਿਅਤਾ ਅਪਣਾਉਂਦੇ ਜਾਂਦੇ ਆ ਲੋਕ। ਵਾਕਿਆ ਹੀ ਆ ਪਾਟੀਆਂ ਜੀਆਂ ਪੈਂਟਾਂ ਪਾਉਣੀਆਂ, ਅੱਧੇ ਕੱਪੜੇ ਪਾਉਣੇ, ਇਹ ਪੱਛਮੀ ਸੱਭਿਅਤਾ ਸੀ ਕਿਸੇ ਵੇਲੇ। ਪੱਛਮ ਵਾਲਿਆਂ ਨੂੰ ਸਮਝ ਆ ਗਈ, ਉਹ ਗੁਰਮਤ ਨੂੰ ਅਪਣਾਉਣ ਲੱਗ ਪਏ। ਅੰਗਰੇਜ਼ ਲੋਕ ਜਿਹੜੇ ਗੁਰਮਤ ਵਿੱਚ ਆਉਂਦੇ ਜਾ ਰਹੇ ਹੈ ਅਤੇ ਇਹ ਮੂਰਖ ਲੋਕ ਉਹਨਾਂ ਦੀਆਂ ਰੀਸਾਂ ਕਰਦੇ। ਇਹ ਮੱਤ ਦੇ ਕੰਗਾਲ ਪੈਸਿਆਂ ਵਾਲੇ ਲੋਕ, ਪਟੀਆਂ ਹੋਈਆਂ ਪੈਂਟਾਂ ਗੋਡਿਆਂ ਤੋਂ ਜਾਣ-ਬੁੱਝ ਕੇ ਪਾੜੀਆਂ, ਇਹ ਦੱਸਦੀਆਂ ਉਹਨਾਂ ਦੀਆਂ ਪੈਂਟਾਂ ਕਿ ਇਹਨਾਂ ਦੇ ਕੋਲੇ ਮੱਤ ਹੈ ਨਹੀਂ, ਇਹ ਮੱਤ ਦੇ ਕੰਗਾਲ ਤਾਈਓ ਫਟੇ ਕੱਪੜੇ ਪਾਏ ਆ। ਕਹੋ ਸਤਨਾਮ। ਗੁਰੂ ਘਰਾਂ ਦੇ ਵਿੱਚ ਵੀ ਉਹੋ ਜਿਹੀ ਵਰਦੀ ਪਾ ਕੇ ਆ ਜਾਂਦੇ ਆ, ਉਹੋ ਜਿਹੇ ਕੱਪੜੇ ਪਾ ਕੇ। ਜਦੋਂ ਕਿ ਗੁਰਮਤ ਕਹਿੰਦੀ ਹੈ ਕਿ ਜੇ ਧਰਮ ਦੇ ਸਥਾਨ 'ਤੇ ਚੱਲੇ ਆ ਤਾਂ ਘੱਟੋ ਘੱਟ ਉਹੋ ਜਿਹਾ ਵੇਸ਼ ਤਾਂ ਬਣਾ ਕੇ ਚੱਲੋ। ਜਿਵੇਂ ਮਾਤਾ ਗੰਗਾ ਜੀ ਨੂੰ ਗੁਰੂ ਪਾਤਸ਼ਾਹ ਨੇ ਕਿਹਾ ਸੀਗਾ, ਗੰਗਾ ਤੂੰ ਮੰਗਣ ਗਈ ਹੈ, ਚੜ੍ਹ ਕੇ ਰੱਥਾਂ ਗੱਡਿਆਂ 'ਤੇ ਗਏ ਹੋ, ਜੇ ਮੰਗਣ ਜਾਈਏ ਤਾਂ ਘੱਟੋ ਘੱਟ ਉਹੋ ਜਿਹਾ ਭੇਸ ਤਾਂ ਬਣਾ ਲਈਦਾ। ਕਹੋ ਸਤਨਾਮ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਲੋਕ ਵਿਗੜ ਜਾਣਗੇ, ਉਦੋਂ ਫਿਰ ਇਹਨਾਂ ਨੂੰ ਗੁਰਬਾਣੀ ਦੇ ਗਿਆਨ ਦੀ ਸਮਝ ਆਵੇਗੀ। ਖਾਲਸਾ ਪੰਥ ਆਵੇਗਾ, ਸਾਰੇ ਵਰਨਾਂ ਨੂੰ ਉਪਦੇਸ਼ ਦੇਵੇਗਾ, ਗੁਰਬਾਣੀ ਦਾ ਗਿਆਨ ਦੇਵੇਗਾ। ਫਿਰ ਉਹਨਾਂ ਅੰਦਰ ਇਸ ਪੰਥ ਵਿੱਚ ਰਲਣ ਦੀ ਇੱਛਾ ਪੈਦਾ ਹੋਵੇਗੀ। ਸੁਣ ਕੇ ਮਾਤਾ ਤੂਸ਼ਨੀ ਨੈ ਬੋਲੀ ਸੁਤੇਰ। ਵੈਸੇ ਤਾਂ ਮਾਤਾ ਗੂਜਰੀ ਜੀ ਨੂੰ ਸਭ ਪਤਾ, ਉਹ ਭੁੱਲੇ ਹੋਏ ਨਹੀਂ, ਉਹ ਅਣਜਾਣ ਨਹੀਂ, ਉਹਨਾਂ ਦਾ ਪਤੀ ਹੈ ਗੁਰੂ ਤੇਗ ਬਹਾਦਰ। ਉਹਨਾਂ ਦਾ ਗੁਰੂ ਪਿਆਰਿਓ ਪਹਿਲਾਂ ਸਹੁਰਾ ਹੈ ਹਰਗੋਬਿੰਦ ਸਾਹਿਬ, ਉਹ ਵੀ ਗੁਰੂ ਹੈ। ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ, ਭਾਵ ਮਾਤਾ ਭਾਨੀ ਤੋਂ ਲੈ ਕੇ ਸੋਢੀ ਵੰਸ਼ ਦੇ ਸਾਰਿਆਂ ਨਾਲ ਹੀ ਸੰਬੰਧ ਹੈ ਮਾਤਾ ਗੁਜਰੀ ਦਾ। ਅਤੇ ਕੀ ਮਾਤਾ ਗੁਜਰੀ ਨੂੰ ਆਪਣੇ ਲਾਲ ਦੇ ਬਾਰੇ ਪਤਾ ਨਹੀਂ ਹੈਗਾ? ਉਹ ਠੀਕ ਹੈ, ਕਹਿਣਾ ਪੈਂਦਾ, ਸਿੱਖਾਂ ਨੇ ਜਾ ਕੇ ਬੇਨਤੀ ਕਰਤੀ, ਮਾਤਾ ਨੇ ਆ ਕੇ ਉਹਨਾਂ ਨੂੰ ਬੇਨਤੀ ਕਰਤੀ ਉਹਨਾਂ ਨੂੰ ਰੱਖਣ ਵਾਸਤੇ। ਪਰ ਜਾਣਦੇ ਸਭ ਕੁਝ ਹੈ ਕਿ ਮੇਰਾ ਲਾਲ ਕੋਈ ਆਮ ਬੰਦਾ ਨਹੀਂ ਹੈ, ਇਹ ਸਭ ਜਾਣਦਾ ਹੈ। ਇਸ ਕਰਕੇ ਮਾਤਾ ਜੀ ਨੇ ਉਹਨਾਂ ਦੀ ਇੱਛਾ ਪੂਰੀ ਕਰਕੇ ਸੁਨੇਹਾ ਲਾਤਾ। ਪਰ ਪਾਤਸ਼ਾਹ ਨੇ ਜੋ ਕਿਹਾ ਉਹ ਵੀ ਸੁਣ ਲਿਆ ਅਤੇ ਸੁਣ ਕੇ ਚੁੱਪ ਕਰ ਗਏ ਜੀ। ਅੰਤਰਜਾਮੀ ਜਾਣ ਕੇ ਸ਼੍ਰੀ ਮੁਕਤੇ ਕੈ ਵੀਰ। ਇਸ ਕਰਕੇ ਮਾਤਾ ਜੀ ਜਾਣਦੇ ਹੈ ਕਿ ਮੇਰਾ ਪੁੱਤਰ ਜਿਹੜਾ ਹੈ ਅੰਤਰਜਾਮੀ ਸਰਵ ਕਲਾ ਸਮਰੱਥ ਹੈ। ਚੁੱਪ ਕਰ ਗਏ ਜੀ। ਪਿਆਰੋ ਤਨ ਹੈ ਮਤ ਕੋ ਇਹ ਜਾਨੀ ਅਬ ਜਾਏ। ਪਰ ਨਾਲ ਇਹ ਵੀ ਸੋਚਦੇ ਹੈ ਕਿ ਮੇਰੇ ਮਾਤਾ ਨੂੰ ਧਨ ਨਾਲ ਹਜੇ ਪਿਆਰ ਹੈ, ਇਹ ਤਾਂ ਸਮਾਂ ਆਉਣ ਵਾਲਾ ਹੀ ਦੱਸੇਗਾ। ਰਹਿਣ ਦੇਤ ਪਰਿਵਾਰ ਕੋ ਬਦਨ ਦੇਤ ਨਹਿ ਕਾਏ। ਹੁਣ ਮਾਤਾ ਕਹਿੰਦੀ ਹੈ ਕਿ ਸਿੱਖਾਂ ਨੂੰ ਮਾਇਆ ਵੰਡਦੇ, ਮਾਤਾ ਦਾ ਮਾਇਆ ਨਾਲ ਪਿਆਰ ਲੱਗਦਾ ਹੈ। ਮਾਤਾ ਤੁਸੀਂ ਕਿਉਂ ਨਹੀਂ ਮੇਰੇ ਸਿੱਖ ਰੂਪੀ ਪਰਿਵਾਰ ਨੂੰ ਵਧਣ ਫੁੱਲਣ ਦਿੰਦੇ? ਕੋਈ ਸਾਡੇ ਪਰਿਵਾਰ ਦੇ ਵਿੱਚ ਵਿਘਨ ਪਾਵੇ ਆ ਕੇ ਤੇ ਫਿਰ ਚੰਗਾ ਥੋੜ੍ਹੀ ਲੱਗਦਾ। तो पातशाह कहने माता जी मैं सिखा नूं मारना नहीं हैगा, ये मेरा परिवार है। सुखी वसै मोरो परिवारा, सेवक सिख सब करतारा, मोर अच्छा निज करदा करिया, सब बैर नको हाथ संघरिया। इस करके परिवार इत्थे पातशाह केवल अपने चार साहिबजादियां नूं जां साहिबानां जां महिलां नूं नहीं कहंदे, सानूं सब नूं कहंदे आ ते सानूं सब नूं ही इन्हां चीज़ां तो सतगुरु बचा के उच्चा टक्कना चाहुंदे ने।
ਤਾਂ ਅਰਦਾਸ ਕਰਦੇ ਹਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਤਾਂ ਇਸ ਕਰਕੇ ਇਸ ਵਿਸ਼ੇ 'ਤੇ ਬਹੁਤ ਸਾਰੀ ਵਿਚਾਰ ਹੋਈ, ਜੋ ਚੜ੍ਹਾਵੇ ਦੇ ਵਿਸ਼ੇ 'ਤੇ, ਜਾਂ ਜੋ ਉੱਥੇ ਮਾਇਆ ਇਕੱਠੀ ਹੋਈ ਸੀ ਆਨੰਦਗੜ੍ਹ ਦੇ ਕਿਲ੍ਹੇ 'ਚ। ਜੇ ਉਦਣ ਵਾਸਤੇ ਇਹ ਗੱਲ ਸੀ ਤੇ ਅੱਜ ਵੀ ਇਹ ਗੱਲ ਢੁੱਕਦੀ ਹੈ, ਕਿਉਂਕਿ ਬਾਣੀ ਜਾਂ ਗੁਰੂਆਂ ਦੇ ਬਚਨ, ਇਤਿਹਾਸਕ ਬਚਨ, ਇਹ ਕਦੇ ਵੀ ਪੁਰਾਣੇ ਨਹੀਂ ਹੁੰਦੇ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਅੱਜ ਵੀ ਇਹ ਬਾਣੀ ਸਾਨੂੰ ਉੱਦਾਂ ਹੀ ਮਾਰਗ ਦਰਸ਼ਨ ਕਰਦੇ ਹੈ ਦੋਹਰਾ। ਇਮ ਕੇਰਾ ਬੜ ਪਰ ਰਹੋ ਲਰੇ ਖਾਲਸਾ ਜਾਏ। ਖੈਰ ਮਨੋ ਬਿਰਤੀਆਂ ਲੈ ਚੱਲੋ ਸ਼੍ਰੀ ਅਨੰਦਪੁਰ ਸਾਹਿਬ, ਜਿੱਥੇ ਜੰਗ ਚੱਲ ਰਹੀ ਹੈ ਸਿੱਖੋ। ਇਸ ਤਰ੍ਹਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ, ਅਨੰਦਪੁਰ ਨਗਰ ਨੂੰ ਦੁਸ਼ਟਾਂ ਨੇ ਘੇਰਾ ਪਾਇਆ ਹੋਇਆ ਹੈ, ਤੇ ਬਾਹਰੋਂ ਵਪਾਰੀਆਂ ਨੂੰ, ਰਾਸ਼ਨ ਵੇਚਣ ਵਾਲਿਆਂ ਨੂੰ ਅੰਦਰ ਨਹੀਂ ਆਉਣ ਦਿੰਦੇ ਜੇ। ਇੱਕ ਦਿਨ ਤਿਆਰੀ ਪ੍ਰਭ ਕਰੀ ਬੜ ਰਣਜੀਤ ਬਜਾਏ। ਇੱਕ ਦਿਨ ਦੀ ਗੱਲ ਹੈ, ਮੇਰੇ ਪ੍ਰੀਤਮ ਜੀ ਨੇ ਸਲਾਹ ਕੀਤੀ ਆ, ਰਣਜੀਤ ਨਗਾਰੇ ਤੇ ਚੋਟ ਲਾਈ ਜੀ। ਚੌਪਈ ਉਤ ਤੇ ਸਗਲ ਗਿਰੇਸ਼ਵਰ ਚੜ੍ਹੈ, ਮਾਰੂ ਬਜੇ ਜਤਾ ਭਟ ਲੜੇ। ਇਧਰ ਸਿੰਘਾਂ ਨੇ ਨਗਾਰੇ ਤੇ ਚੋਟ ਲਾਤੀ, ਤੇ ਉਧਰੋਂ ਪਹਾੜੀਆਂ ਨੇ ਵੀ ਸਲਾਹ ਕਰ ਲਈ, ਉਧਰੋਂ ਤੁਰਕਾਂ ਨੇ ਵੀ ਸਲਾਹ ਕਰ ਲਈ ਵੀ ਲੱਗਦਾ ਹੈ ਕਿ ਗੁਰੂ ਸਾਹਿਬ ਲੜਨ ਵਾਸਤੇ ਆ ਰਹੇ ਹੈ। ਉਹ ਵੀ ਤਿਆਰ ਹੋ ਗਏ। ਰਣ ਸਿੰਘ ਸਰਨਾਈ ਢੋਲ ਤੁਰਰੀ ਨਾਦ ਨਗਾਰੀ ਬੋਲ। ਉਹਨਾਂ ਨੇ ਵੀ ਆਪਣੇ ਜੰਗੀ ਸਾਜ਼ ਵਜਾ ਦਿੱਤੇ, ਢੋਲ। ਰਣ ਸਿੰਘਾ ਉਹ ਜਿਹੜਾ ਆਪਣੇ ਸੁਬਹ ਸੁਬਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅੱਗੇ ਵੱਜਦਾ, ਉਹਨੂੰ ਰਣ ਸਿੰਘਾ ਕਹਿੰਦੇ ਆ। ਤਾਂ ਉਹਦਾ ਵਜਾਉਣ ਦਾ ਮਕਸਦ ਹੁੰਦਾ ਹੈ, ਅੱਜ ਹੈ ਉਹਦਾ ਮਕਸਦ ਕਿ ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਰਹੇ ਆ, ਸਤਿਕਾਰ ਸਾਹਿਬ ਉੱਠ ਕੇ ਨਮਸਕਾਰ ਕਰ ਲਓ। ਉਦੋਂ ਉਹਦਾ ਮਤਲਬ ਸੀਗਾ ਕਿ ਰਾਜੇ ਲੜਨ ਵਾਸਤੇ ਆ ਰਹੇ ਆ, ਕੋ ਸਤਨਾਮ ਸੀ। ਤਾਂ ਇਸ ਤਰ੍ਹਾਂ ਉਹਨਾਂ ਰਾਜਿਆਂ ਨੇ ਆਪਣੇ ਰਣ ਸਿੰਘੇ ਢੋਲ ਨਗਾਰੇ ਵਜਾ ਦਿੱਤੇ ਜੀ। ਕਲਗੀਧਰ ਹੈ ਵਿਖੇ ਅਸਵਾਰ, ਚੜਿਓ ਖਾਲਸਾ ਅਯੁੱਧ ਧਾਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪਣੇ ਘੋੜੇ ਤੇ ਸਵਾਰ ਹੋਏ, ਤੇ ਨਾਲ ਗੁਰੂ ਕੀਆਂ ਫੌਜਾਂ ਚੱਲ ਪਈਆਂ ਜੀ। ਜੈ ਗਿਰ ਪਤਨ ਮੋਰਚੇ ਕਰੇ, ਡੇਰੇ ਕਰੇ ਦੂਰ ਜੈ ਪਰੇ। ਔਰ ਜਿਹੜੇ ਪਾਸੇ ਪਹਾੜੀਆਂ ਨੇ ਡੇਰੇ ਲਾਏ ਹੋਏ ਨੇ, ਮੋਰਚਾ ਬੰਦੀ ਕੀਤੀ ਹੋਈ ਹੈ, ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ। ਨਿਤ ਦੇਸ਼ ਕੋ ਬਰਾਬਰ ਸਿਦਾਰੇ, ਛੋਟੇ ਤੂਫਾਨ ਕੇ ਕੜਕਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਪਹਾੜੀਆਂ ਕੰਨੀ ਨੂੰ ਮੂੰਹ ਕੀਤਾ ਹੈ, ਔਰ ਤਫੰਗਾ ਭਾਵ ਬੰਦੂਕਾਂ ਦੀਆਂ ਗੋਲੀਆਂ ਚੱਲਣ ਲੱਗੀਆਂ ਜੀ। ਛੋਟਿਓ ਖਾਲਸਾ ਜੰਗ ਮਜਾਰਾ, ਜੈ ਬੋ ਬਾਰੀ ਕਰੇ ਹਕਾਰਾ। ਔਰ ਇਉਂ ਖਾਲਸਾ ਜੰਗ ਦੇ ਮੈਦਾਨ ਵਿੱਚ ਜੁਟ ਗਿਆ, ਜਿਹਨੇ ਇਸ ਤੋਂ ਪਹਿਲਾਂ ਕਈ ਵਾਰੀ ਜੰਗ ਜਿੱਤਿਆ ਹੈ। ਆਗੇ ਵਧਿਓ ਚਲਾਵਤ ਗੋਰੀ, ਦੋਨੋਂ ਦਿਸ਼ ਕੇ ਉਰ ਸਿਰ ਫੋਰੀ। ਔਰ ਪਾਤਸ਼ਾਹ ਲੈ ਕੇ ਫੌਜਾਂ ਨੂੰ ਅੱਗੇ ਵਧਦੇ ਜਾ ਰਹੇ ਹਨ, ਦੋਨੇ ਪਾਸਿਓਂ ਗੋਲੀਆਂ ਚੱਲ ਰਹੀਆਂ ਹਨ। ਸਭ ਕਿਰਪਤੀ ਢੁਕੇ ਤਬਿਆਈ, ਲੈ ਲੈ ਨਿਜ ਸਿਪਾਹ ਸੁਭਦਾਈ। ਉਧਰੋਂ ਪਹਾੜੀਏ ਵੀ ਆਪਣੀ ਫੌਜ ਨੂੰ ਲੈ ਕੇ ਅੱਗੇ ਵਧ ਰਹੇ ਹਨ। ਜਬ ਆਪਸ ਮੇਂ ਦਵੈ ਤਲ ਜੁਟੇ, ਗੁਲਕਾ ਲਗ ਲਗ ਅੰਗਨ ਫੁਟੇ। ਦੋਨੇ ਦਲ ਇੱਕ ਦੂਜੇ ਦੇ ਨੇੜੇ ਪਹੁੰਚ ਗਏ, ਤੇ ਗੋਲੀਆਂ ਦੇ ਨਾਲ ਕਈਆਂ ਦੇ ਅੰਗ ਭੰਗ ਹੋ ਗਏ ਜੀ। ਸਨਮੁਖ ਹੋਏ ਨਹੀਂ ਮੁਖ ਫੇਰੇ, ਬਚਿਓ ਸਾਰ ਸੋ ਸਾਰ ਵਡੇਰੇ। ਔਰ ਪਰ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ। ਲੋਹੇ ਤੇ ਲੋਹਾ ਵੱਜਣ ਲੱਗਿਆ, ਭਾਵ ਤਲਵਾਰਾਂ ਢਾਲਾਂ ਦੇ ਨਾਲ ਜੰਗ ਹੋਣ ਲੱਗਿਆ ਜੀ। ਗੋਬਿੰਦ ਸਿੰਘਨ ਕੋ ਹੰਕਾਰ, ਗੁਰੂ ਮੁਰੇ ਤਬ ਜਗ ਮਜਾਰ। ਔਰ ਅੱਜ ਪਤਾ ਨਹੀਂ ਸਤਿਗੁਰਾਂ ਨੇ ਕੀ ਕੌਤਕ ਕੀਤਾ ਹੈ, ਕਹਿੰਦੇ ਸਿੰਘਾਂ ਨੂੰ ਕੋਈ ਹੰਕਾਰ ਹੋ ਗਿਆ ਸੀਗਾ। ਉਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਫੌਜਾਂ ਨੂੰ ਅੱਗੇ ਲਿਜਾ ਕੇ ਲੜਾਈ ਸ਼ੁਰੂ ਕਰਾ ਦਿੱਤੀ, ਆਪ ਪਿੱਛੇ ਮੁੜ ਆਏ। ਪਿੱਛੇ ਖਾਏ ਸ਼ਕਸ਼ਤ ਪਲਾਈ, ਹਟੇ ਸਕਲ ਕੀ ਕਰਤ ਲੜਾਈ। ਇਸ ਤਰ੍ਹਾਂ ਜਦੋਂ ਪਾਤਸ਼ਾਹ ਨੇ ਘੋੜਾ ਪਿੱਛੇ ਮੋੜ ਲਿਆ, ਤੇ ਸਿੰਘ ਵੀ ਪਿੱਛੇ ਹਟ ਪਏ, ਤੇ ਉਹ ਅੱਗੇ ਵਧਦੇ ਆਉਣ। ਜਉ ਸਿੰਘ ਹਟਤੇ ਵਧੇ ਪਹਾੜੀ, ਭਰੇ ਰਾਵੇ ਸੁਲਖੇ ਬਿਮਾਰੀ। ਜਿਵੇਂ ਜਿਵੇਂ ਸਿੰਘ ਪਿਛਾਂਹ ਹਟਣ ਲੱਗੇ ਗੁਰੂ ਸਾਹਿਬ ਦੇ ਨਾਲ, ਤੇ ਦੂਜੇ ਪਾਸਿਓਂ ਜਿਹੜੇ ਪਹਾੜੀਏ ਉਹ ਆਪਣੀਆਂ ਬੰਦੂਕਾਂ ਭਰ ਕੇ ਚਲਾ ਰਹੇ ਹਨ। ਗੁਰ ਬਿਨ
ठहरे कौन अगारी मिले आन शत्रु गण भारी। ਕਿਉਂਕਿ ਗੁਰੂ ਜੇ ਵਿੱਚ ਹੁੰਦਾ ਤੇ ਦੁਸ਼ਮਣ ਹਾਰ ਜਾਂਦਾ, ਪਰ ਗੁਰੂ ਪਿੱਛੇ ਹਟ ਗਿਆ ਤੇ ਸਿੰਘਾਂ ਨੇ ਲੱਗਿਆ ਵੀ ਇਹ ਗੁਰੂ ਸਾਹਿਬ ਨੇ ਅੱਜ ਕਿਉਂ ਹਰਾ ਦਿੱਤਾ ਸਾਨੂੰ। ਭਾਜੀ ਸਿੰਘ ਤਾਂ ਲਗਿਆਏ ਗੁਰ ਕੋ ਜੈ ਸਮਾਜ ਸਮੁਦਾਏ। ਤੇ ਗੁਰੂ ਸਾਹਿਬ ਤਾਂ ਘੋੜਾ ਭਜਾ ਕੇ ਕਾਵੀ ਪਿੱਛੇ ਆ ਗਏ ਤੇ ਸਿੰਘਾਂ ਨੇ ਵੀ ਪਿੱਛੇ ਹਟ ਕੇ ਉੱਥੇ ਪਹੁੰਚਣਾ ਕੀਤਾ। ਠਹਿਰੇ ਨਹੀਂ ਪੈਰ ਵਿੱਚ ਜੋਦਾ ਪਰਿਓ ਜੋਰ ਗਨ ਰਿਪਵ ਕ੍ਰੋਧਾ। ਤੇ ਅੱਜ ਸਿੰਘਾਂ ਨੂੰ ਪਾਤਸ਼ਾਹ ਨੇ ਕੋਈ ਸਬਕ ਸਿਖਾਉਣਾ ਸੀਗਾ, ਕੋਈ ਸਿੱਖਿਆ ਦੇਣੀ ਸੀ ਇਸ ਤਰ੍ਹਾਂ ਕਰਕੇ, ਨਹੀਂ ਤਾਂ ਪਾਤਸ਼ਾਹ ਤਾਂ ਇੱਕ ਤੀਰ ਚਲਾਉਣ ਤੇ ਸਾਰੀ ਧਰਤੀ ਨੂੰ ਫਨਾਹ ਕਰ ਦੇਣ, ਇਹ ਤਾਂ ਕੋਈ ਵੱਡੀ ਗੱਲ ਨਹੀਂ, ਪਰ ਕਰਾਮਾਤ ਉਹਨਾਂ ਨੇ ਜਾਣਬੁੱਝ ਕੇ ਵਰਤੀ ਨਹੀਂ। ਤਾਂ ਕੀ ਸਿੱਖਿਆ ਦੇਣੀ ਅੱਜ ਮੇਰੇ ਪ੍ਰੀਤਮ ਨੇ? ਸਿੰਘ ਆ ਕੇ ਕਹਿੰਦੇ ਮਹਾਰਾਜ ਕੀ ਕਾਰਨ ਹੈ, ਅੱਜ ਸਾਡੇ ਪੈਰ ਜੰਗ ਵਿੱਚ ਕਿਉਂ ਨਹੀਂ ਜੰਮੇ, ਸਾਨੂੰ ਪੁੱਠਾ ਕਿਉਂ ਭਜਣਾ ਪਿਆ। ਤਕਤ ਬੇਲਾ ਸੋ ਲੁੱਟ ਗਿਓ ਤਨ ਪਟ ਆਦਿਕ ਸ਼ਤਰੁਣ ਲਿਓ। ਔਰ ਦੁਸ਼ਮਣ ਨੇ ਸਾਡੇ ਉੱਤੇ ਚੜ ਕੇ ਸਾਡਾ ਪਿੱਛਾ ਕਰਦੇ ਹੋਏ ਸਾਡਾ ਸਾਜੋ ਸਮਾਨ ਲੁੱਟ ਲਿਆ, ਸਾਡੇ ਘੋੜੇ ਲੁੱਟ ਕੇ ਲੈ ਗਏ। ਹਰੀ ਭਈ ਨੈ ਸਕੇ ਹਟਾਏ ਰਹੇ ਸਿੰਘ ਬਲ ਅਦਕ ਲਗਾਏ। ਤੇ ਤੁਸੀਂ ਮਹਾਰਾਜ ਕਿਉਂ ਨਹੀਂ ਉਹਨਾਂ ਨੂੰ ਰੋਕਿਆ? ਅੱਜ ਤੁਸੀਂ ਕਿਉਂ ਨਹੀਂ ਤੀਰ ਚਲਾਏ, ਕਿਉਂ ਨਹੀਂ ਉਹ ਦੁਸ਼ਮਣ ਨੂੰ ਰੋਕਿਆ? ਖੜੇ ਵੇਖਦੇ ਰਹੇ ਅੱਜ। ਸਿੱਖ ਰੋਵੇ ਬੋ ਖੜੇ ਪੁਕਾਰੈ ਬੜ ਹੋ ਨੁਕਸਾਨ ਉਚਾਰੈ। ਸਿੰਘ ਕਹਿੰਦੇ ਪਾਤਸ਼ਾਹ ਕੋਲੇ ਆ ਕੇ ਰੋਣ ਲੱਗੇ, ਮਹਾਰਾਜ ਅੱਜ ਕੱਲ ਕੀ ਹੈ, ਤੁਸੀਂ ਆ ਸਾਡੀ ਰੱਖਿਆ ਕਿਉਂ ਨਹੀਂ ਕੀਤੀ, ਸਾਡਾ ਸਾਥ ਕਿਉਂ ਨਹੀਂ ਦਿੱਤਾਗਾ। ਤਾਂ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਨ, ਨਾਲੇ ਕਹਿੰਦੇ ਸਾਡਾ ਨੁਕਸਾਨ ਇੰਨਾ ਹੋ ਗਿਆ। ਸ਼੍ਰੀ ਸਤਿਗੁਰ ਅਬ ਜੀਤੇ ਕੈਸੇ ਇਤੋ ਸਮਾਜ ਕਿਉ ਲੁੱਟਿਆ ਸੇ। ਹੁਣ ਆਪਾਂ ਕਿਵੇਂ ਜਿੱਤਾਂਗੇ, ਇੰਨਾ ਸਾਡਾ ਸਮਾਨ ਉਹ ਪਹਾੜੀਏ ਲੈ ਗਏ। ਏਮ ਜੀਵੇ ਸ਼ਰਮਿੰਦਤ ਹੈ ਕਹਿ ਗੁਰ ਕੋ ਕੁਛ ਨੈ ਸਕੇ ਬਚੇ ਕੈ। ਸ਼ਰਮਿੰਦੇ ਹੋ ਕੇ ਅਸੀਂ ਕਿਵੇਂ ਜੀਵਾਂਗੇ? ਅੱਜ ਗੱਲਾਂ ਕਰਨਗੇ ਸਿੱਖਾਂ ਨੂੰ ਹਰਾ ਤਾਂ ਅਸੀਂ ਭਜਾ ਦਿੱਤੇ, ਸਾਡੀਆਂ ਇਦਾਂ ਗੱਲਾਂ ਹੋਣਗੀਆਂ ਅੱਜ। ਮਹਾਰਾਜ ਗੁਰੂ ਜੀ ਤੁਸੀਂ ਕਿਉਂ ਨਹੀਂ ਸਾਨੂੰ ਬਚਾਇਆ ਅੱਜ? ਕਰੇ ਹੋਏ ਪੁਨ ਤਜੀ ਤੁਪੰਗੈ ਭੀਦਨ ਕਰੇ ਰੂਪਨ ਕੇ ਅੰਗੈ। ਮਹਾਰਾਜ ਜੇ ਤੁਸੀਂ ਉੱਥੇ ਖੜ ਜਾਂਦੇ ਤੇ ਸਾਡੀ ਰੱਖਿਆ ਕਰਦੇ ਤੇ ਅਸੀਂ ਦੁਸ਼ਮਣ ਨੂੰ ਬੰਦੂਕਾਂ ਨਾਲ ਮਾਰ ਕੇ ਭਜਾ ਦਿੰਦੇ। ਧਨ ਬਸਤੂਲੇ ਹਟੇ ਪਹਾੜੀ ਮੁਰਚਨ ਮੈਂ ਕਾਇਮ ਤਿਰ ਧਾਰੀ। ਧ੍ਰਿਤ ਧਾਰੀ ਸਾਡਾ ਮੋਰਚਿਆਂ ਦੇ ਵਿੱਚੋਂ ਧੀਰ 'ਚ ਟੁੱਟ ਗਿਆ, ਤੇ ਪਹਾੜੀਏ ਜਦੋਂ ਸਾਡਾ ਸਮਾਨ ਸਾਡੇ ਘੋੜੇ ਆਦਿ ਲੈ ਕੇ ਚਲੇ ਗਏ ਜੀ। ਉਦੇ ਸਿੰਘ ਆਦਿਕ ਪਟ ਵੀਰ ਰਣ ਤੇ ਹਟ ਪਹੁੰਚੇ ਗੁਰਤੀਰ। ਭਾਈ ਉਦੈ ਸਿੰਘ ਵਰਗੇ ਸਾਰੇ ਯੋਧੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਕੇ ਇਹ ਪੁੱਛਦੇ ਹਨ ਕਿ ਤੁਸੀਂ ਅੱਜ ਕਿਉਂ ਨਹੀਂ ਰੱਖਿਆ ਕੀਤੀ, ਕਿਉਂ ਘੋੜਾ ਪਿੱਛੇ ਭਜਾਇਆ ਆਪਣਾ। ਕਿਉਂ ਜੋਰਤ ਆਦੇਸ਼ਾ ਧਰੈ ਬਾਕੁਸ ਨਾਵਨ ਪਨ ਪਨ ਕਰੈ। ਹੱਥ ਜੋੜ ਕੇ ਅੰਦੇਸ਼ਾ ਸ਼ੰਕਾ ਕਰਦੇ ਹੋਏ ਪੁੱਛਦੇ ਹਨ ਕਿ ਸਾਨੂੰ ਦੱਸੋ। ਮਚੋ ਸਬਨ ਮੇ ਹਾਹਾਕਾਰ ਲੁੱਟਿਓ ਸਮਾਜ ਮਹਾ ਬਿਸਮਾਰ। ਸਾਰੇ ਸਿੰਘੀ ਰੌਲਾ ਪਾਉਣ ਲੱਗੇ, ਸਾਡਾ ਇੰਨਾ ਸਮਾਨ ਲੁੱਟਿਆ ਗਿਆ, ਮਾਰਿਆ ਬੰਦੂਕਾਂ ਲੁੱਟੀਆਂ ਗਈਆਂ, ਘੋੜੇ ਲੁੱਟੇ ਗਏ, ਤੇ ਤੁਸੀਂ ਅੱਜ ਜਾਣਬੁੱਝ ਕੇ ਸਾਨੂੰ ਕਿਉਂ ਹਰਾਇਆ? ਜੇ ਤੁਸੀਂ ਖੜ ਜਾਂਦੇ ਇੱਕ ਦੋ ਤੀਰ ਛੱਡ ਦਿੰਦੇ ਅਸੀਂ ਕਿਉਂ ਹਾਰਦੇ? ਬਸਤਰ ਤੁਰੰਗ ਵਿਆਦਿਕ ਵਸਤੂ ਮਹਾਰਾਜ ਲੁੱਟ ਗਈ ਸਮ ਸਸਤੂ। ਸਾਡੇ ਬੇਅੰਤ ਘੋੜੇ ਵਸਤੂਆਂ ਹੋਰ ਸਮਾਨ ਲੈ ਗਏ ਲੁੱਟ ਕੇ। ਕਈ ਹਜ਼ਾਰ ਨ ਕੋ ਕਿਆ ਗਨੇ ਸ਼ਤਰੂ ਪ੍ਰਬਲ ਗਏ ਲੈ ਕਨੇ। ਹਜ਼ਾਰਾਂ ਦੀ ਗਿਣਤੀ ਦਾ ਸਮਾਨ ਉਹ ਦੁਸ਼ਮਣ ਲੈ ਗਿਆ ਲੁੱਟ ਕੇ ਸਾਡਾ, ਤੇ ਤੁਸੀਂ ਅੱਜ ਬੇਪਰਵਾਹ ਹੋ ਕੇ ਪਿਛਾਹਾਂ ਹੀ ਘੋੜਾ ਭਜਾ ਲਿਆ। ਸਭ ਕੇ ਉਰ ਕੇ ਗੁਰ ਦੁਖ ਲਿਓ ਆਲਮ ਸਿੰਘ ਸੰਗ ਤਬ ਕਹਿਓ। ਸਾਰਿਆਂ ਨੇ ਆਪੋ ਆਪਣਾ ਦੁੱਖ ਸੁਣਾਤਾ, ਪਾਤਸ਼ਾਹ ਖੜੇ ਸੁਣਦੇ ਰਹੇ, ਸਾਰੇ ਸੁਣਾਉਂਦੇ ਰਹੇ, ਤੇ ਜਦੋਂ ਸਾਰੇ ਸੁਣਾ ਕੇ ਚੁੱਪ ਕਰ ਗਏ ਨਾ, ਪਾਤਸ਼ਾਹ ਕਹਿੰਦੇ ਆਲਮ ਸਿਆ ਗੱਲ ਸੁਣ। ਅਵਨੀ ਪਰਦੇ ਹੋਇਆ ਚਲਕੀਰਾ ਬੋਬਿਤ ਕੀ ਹੋਏ ਅਲਪ ਗਹੀਰਾ। ਐਦਾਂ ਕਰ ਇਹ ਧਰਤੀ ਤੇ ਲਖੀਰਾਂ ਖਿੱਚ, ਵੱਡੀਆਂ ਛੋਟੀਆਂ। ਮਾਨ ਬਚਨ ਖੈਚੀ ਗਨ ਰੇਖਾ ਖਰੇ ਸਮੀਪੀ ਵਿਖਿਆ ਸ਼ੀਕਾ। ਹੁਣ ਇੱਥੇ ਜੰਗ ਨਹੀਂ ਹੋ ਰਹੀ, ਇੱਥੇ ਵਿਚਾਰਾਂ ਹੋ ਰਹੀਆਂ, ਦੁਸ਼ਮਣ ਤੋਂ ਕਾਫੀ ਪਿੱਛੇ ਹਟ ਕੇ ਕਿਲੇ ਵੱਲ ਆ ਗਏ ਹਨ। ਤਾਂ ਆਲਮ ਸਿੰਘ ਨੇ ਕਿਸੇ ਸੋਟੀ ਨਾਲ ਜਾਂ ਕਿਸੇ ਵਰਸ਼ੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਧਰਤੀ ਤੇ ਕਈ ਲਖੀਰਾਂ ਖਿੱਚ ਦਿੱਤੀਆਂ। ਸ਼੍ਰੀ ਕਰ ਕੀ ਤਰ ਦੇ ਗੁਚਾਰੀ ਆਲਮ ਸਿੰਘ ਮੇਟ ਦਿਹ ਸਾਰੀ। ਫਿਰ ਕਹਿੰਦੇ ਹੁਣ ਆਏ ਕਰ ਸਾਰੀਆਂ ਢਾਹ ਦੇ,
ਆਲਮ ਸਿੰਘ ਨੇ ਬਚਨ ਮੰਨ ਕੇ ਢਾ ਦਿੱਤੀਆਂ। ਸਕਲ ਬਿਲੋਕਤ ਮੇਟੀ ਫੇਰਾ ਰਹੀ ਨਾ ਕੋਚਿਤ ਛੋਟ ਵਡੇਰਾ। ਤਾਂ ਨਾ ਕੋਈ ਛੋਟੀ ਨਾ ਕੋਈ ਵੱਡੀ ਲਖੀਰ ਛੱਡੀ, ਸਾਰੀਆਂ ਆਲਮ ਸਿੰਘ ਨੇ ਢਾ ਦਿੱਤੀਆਂ। ਤਬ ਸਭ ਸਿੰਘ ਬੂਝਬੇ ਕਰੇ ਹਰ ਕਸ਼ੋਕ ਪੀ ਕਚੁਰ ਧਰੇ। ਔਰ ਸਿੰਘਾਂ ਨੂੰ ਪੁੱਛਣ ਲੱਗੇ ਵੀ ਸਿੱਖੋ ਹੁਣ ਤੁਸੀਂ ਐਂ ਦੱਸੋ ਵੀ ਇਹ ਲਖੀਰਾਂ ਖਿੱਚੀਆਂ ਸੀ ਆਲਮ ਸਿੰਘ ਨੇ ਤੇ ਫਿਰ ਉਹਨੇ ਢਾ ਦਿੱਤੀਆਂ, ਤੁਹਾਡੇ ਅੰਦਰ ਕੋਈ ਇਹਨਾਂ ਦੇ ਪ੍ਰਥਾਏ ਦੁੱਖ ਸੁੱਖ ਪੈਦਾ ਹੋਇਆ ਵੀ ਜਦੋਂ ਖਿੱਚੀਆਂ ਉਦੋਂ ਕੋਈ ਮਾਣ ਹੋਇਆ, ਜੋ ਢਾਈਆਂ ਕੋਈ ਦੁੱਖ ਹੋਇਆ? ਕਿਦੋਂ ਪਿਓ ਨੇ ਦਿਓ ਬਤਾਈ ਰੇਖ ਦੇਖ ਕਰਕੇ ਬਿਨਸਾਈ। ਦੱਸੋ ਮੈਨੂੰ ਹੁਣ ਇਹਦੇ ਬਾਰੇ ਬਈ ਤੁਸੀਂ, ਤੁਹਾਡੇ ਸਾਹਮਣੇ ਆਲਮ ਸਿੰਘ ਨੇ ਲਖੀਰਾਂ ਖਿੱਚੀਆਂ, ਤੁਹਾਡੇ ਸਾਹਮਣੇ ਢਾ ਦਿੱਤੀਆਂ, ਤੁਸੀਂ ਇਹਨਾਂ ਲਖੀਰਾਂ ਦੇ ਬਾਰੇ ਕੀ ਖਿਆਲ ਕੀਤਾ? ਕੋਈ ਦੁੱਖ ਸੁੱਖ ਵਿਆਪਿਆ ਸੋਨੋ? ਤਬ ਕਰ ਜੋਰ ਖਾਲਸੇ ਕਹਿਓ ਰੇਖ ਨਿਕਾਸੀ ਹਰ ਕਨਾ ਲਿਓ। ਮਹਾਰਾਜ ਲਖੀਰਾਂ ਖਿੱਚੀਆਂ, ਸਾਨੂੰ ਕੋਈ ਖੁਸ਼ੀ ਨਹੀਂ ਹੋਈ। ਮੇਟ ਦਈ ਨੈ ਸ਼ੋਕ ਪਾਵਾ ਰਿਦਾ ਸਮਾਨ ਸਬਨ ਲਖ ਪਾਵਾ। ਜਦ ਆਲਮ ਸਿੰਘ ਨੇ ਖਿੱਚੀਆਂ ਸੀ ਉਹਨੇ ਢਾ ਦਿੱਤੀਆਂ ਤੇ ਸਾਨੂੰ ਕੋਈ ਸ਼ੌਕ ਨਹੀਂ ਹੋਇਆ। ਸੁਣ ਸਿੰਘਨ ਤੇ ਗੁਰੂ ਬਖਾਨਾ ਹਰ ਕਨਾ ਸ਼ੋਕ ਜਥਾ ਤੁਮ ਜਾਣਾ। ਬਸ ਇਹੀ ਸਾਨੂੰ ਅੱਜ ਗਿਆਨ ਦੇਣਾ ਸੀ ਮੈਂ ਜੰਗ ਦੇ ਵਿੱਚੋਂ, ਕਿ ਜਿਸ ਤਰ੍ਹਾਂ ਆਲਮ ਸਿੰਘ ਨੇ ਲਖੀਰਾਂ ਖਿੱਚ ਕੇ ਕੋਈ ਖੁਸ਼ੀ ਤੇ ਢਾਕੇ ਕੋਈ ਗਮੀ ਨਹੀਂ ਮਨਾਈ। ਤਥਾ ਗੁਰੂ ਕੋ ਹੋਏ ਨਾ ਕੋਈ ਹਾਨ ਲਾਭ ਮੈਂ ਸਮ ਰਹਿ ਜੋਈ। ਇਸੇ ਤਰ੍ਹਾਂ ਗੁਰੂ ਦਾ ਕੋਈ ਦੁਸ਼ਮਣ ਨਹੀਂ ਤੇ ਕੋਈ ਮਿੱਤਰ ਨਹੀਂ। ਗੁਰੂ ਹਮੇਸ਼ਾ ਖੁਸ਼ੀ ਗਮੀ ਦੇ ਵਿੱਚ ਬਰਾਬਰ ਰਹਿੰਦਾ ਹੈ। ਸੱਚੇ ਜਾਏ ਪਦਾਰਥ ਸਾਰੇ ਦਰਬ ਆਦਿ ਜੀ ਰਤਨ ਉਦਾਰੇ। ਇਹ ਸਾਰਾ ਕੁਝ ਜੋ ਆਪਾਂ ਇਕੱਠਾ ਕੀਤਾ ਸੰਚਨਾ ਹੁੰਦਾ, ਇਕੱਠਾ ਕਰਨਾ। ਜਿਹੜੇ ਸਾਰੇ ਪਦਾਰਥ ਇਕੱਠੇ ਹੁੰਦੇ ਰਹਿੰਦੇ ਹਨ, ਧਨ ਪਦਾਰਥ ਆਦੇ। ਗਜਬਾਜੀ ਜਿਨ ਮੋਲ ਵਿਸਾਲੇ ਮੁਕਤਾ ਹੀਰੇ ਬ੍ਰਿੰਦ ਪਰਵਾਲੇ। ਹਾਥੀ ਘੋੜੇ ਕੀਮਤੀ ਮੋਤੀ ਹੀਰੇ ਜਵਾਹਰਾਤ। ਇਤੇ ਆਦਿਕ ਪਿਖੇ ਆਪਣੀ ਜਾਨਾ ਗੁਰ ਕੋ ਹਰ ਕਨਾ ਹੈ ਵਿਹਿਤ ਮਾਨਾ। ਗੁਰੂ ਕਦੇ ਵੀ ਇਹਨਾਂ ਵਸਤੂਆਂ ਦੇ ਨਾਲ ਨਹੀਂ ਜੁੜਦਾਗਾ, ਆਪਣੀਆਂ ਜਾਣ ਕੇ ਖੁਸ਼ ਨਹੀਂ ਹੁੰਦਾ। ਕਹੋ ਸਤਨਾਮ। ਉਹ ਕਹਿੰਦੇ ਆ ਨਾ ਜੀ ਸਾਡਾ ਇੰਨਾ ਸਮਾਨ ਖੋਇਆ ਗਿਆ ਤੇ ਤੁਸੀਂ ਮਹਾਰਾਜ ਖੜ ਕੇ ਤੀਰ ਦੋ ਚਲਾ ਦਿੰਦੇ, ਦੁਸ਼ਮਣ ਭੱਜ ਜਾਂਦਾ, ਸਾਡਾ ਕਿੰਨਾ ਨੁਕਸਾਨ ਹੋ ਗਿਆ। ਸਤਿਗੁਰ ਕਹਿੰਦੇ ਗੁਰੂ ਜਿਹੜਾ ਹੁੰਦਾ ਨਾ ਉਹ ਸਭ ਦਾ ਹੁੰਦਾ। ਗੁਰੂ ਲੜਾਈ ਕਿਉਂ ਕਰ ਰਿਹਾ ਫਿਰ? ਜ਼ੁਲਮ ਨੂੰ ਮਿਟਣ ਵਾਸਤੇ। ਕਹੋ ਸਤਨਾਮ। ਜ਼ਾਲਮ ਦੇ ਨਾਲ ਲੜਾਈ ਆ, ਨਾ ਮੁਸਲਮਾਨਾਂ ਨਾਲ ਹੈ, ਨਾ ਪਹਾੜੀਆਂ ਨਾਲ ਹੈ, ਨਾ ਤੁਰਕਾਂ ਨਾਲ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਮੇਰਾ ਲੜਾਈ ਕਰਨ ਦਾ ਮਕਸਦ ਹੈ ਕਿ ਜਿਹੜੇ ਜ਼ਾਲਮ ਲੋਕ ਹੈ ਉਹਨਾਂ ਨੂੰ ਜ਼ੁਲਮ ਕਰਨ ਤੋਂ ਰੋਕਣਾ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈ, ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਗੁਰੂ ਸੰਸਾਰ ਦਾ ਤਮਾਸ਼ਾ ਦੇਖਣ ਵਾਸਤੇ ਆਉਂਦਾ ਹੈ ਤੇ ਜ਼ੁਲਮ ਨੂੰ ਖਤਮ ਕਰਕੇ ਸੁੱਖ ਦੀਆਂ ਦਾਤਾਂ ਵੰਡਣ ਵਾਸਤੇ ਆਉਂਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੀ ਸੰਸਾਰ ਨੂੰ ਦੁਖੀ ਵੇਖਿਆ ਤੇ ਆਪਣੀ ਜ਼ਿੰਦਗੀ ਦੇ 80-85 ਸਾਲ ਸਾਰੀ ਜ਼ਿੰਦਗੀ ਉਹਨਾਂ ਨੇ ਉਦਾਸੀਆਂ ਲਾਉਣ ਤੇ ਲਾ ਦਿੱਤੀ, ਪ੍ਰਚਾਰ ਕਰਨ ਤੇ ਲਾ ਦਿੱਤੀ ਤਾਂ ਕਿ ਲੋਕਾਂ ਨੂੰ ਸੁੱਖ ਵਰਤ ਜਾਵੇ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ, ਚੱਲਿਆ ਸੋਧਣ ਧਰਤ ਲੁਕਾਈ। ਫਿਰ ਧਰਤੀ ਨੂੰ ਸੋਧਣ ਚੱਲਿਆ, ਭਾਵ ਸਿੱਧੇ ਰਸਤੇ ਪਾਉਣ ਚੱਲਿਆ। ਪ੍ਰੀਤਮ ਜੀ ਕਹਿੰਦੇ ਸਿੱਖੋ ਗੁਰੂ ਜਿਹੜਾ ਹੁੰਦਾ ਨਾ ਉਹ ਵਸਤੂਆਂ ਨਾਲ ਨਹੀਂ ਜੁੜਿਆ ਹੁੰਦਾ। ਰਾਖੋ ਕੋ ਸਮਾਜ ਦੇ ਪਤਾਈ ਸਮਾ ਪਾਏ ਹਾਨੀ ਹੋਏ ਜਾਏ। ਇਹ ਜਿਹੜਾ ਲੱਖਾਂ ਦਾ ਸਮਾਨ ਇਕੱਠਾ ਹੁੰਦਾ ਹੈ, ਗੁਰੂ ਨੇ ਇਕੱਠਾ ਹੋ ਗਿਆ ਗੁਰੂ ਕੋਲੇ, ਪਰ ਉਹ ਕੋ ਜੁੜਿਆ ਨਹੀਂ ਹੁੰਦਾ, ਇਸ ਕਰਕੇ ਉਹਨੂੰ ਜਾਣ ਦਾ ਕੋਈ ਖਤਰਾ ਨਹੀਂ ਹੁੰਦਾ। ਇੱਕ ਵਾਰ ਦੀ ਬਾਬੇ ਨਾਨਕ ਦੀ ਮੈਂ ਗੱਲ ਸੁਣਾ ਰਿਹਾ, ਛੋਟੀ ਜਿਹੀ ਸਾਖੀ ਯਾਦ ਆ ਗਈ ਇਸ ਵਿਸ਼ੇ ਤੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਖੇਤੀਬਾੜੀ ਕਰਵਾ ਰਹੇ ਆ ਤੇ ਹਾੜੀ ਦੀ ਫਸਲ ਕਣਕ ਬੀਜੀ ਆ। ਸਿੱਖਾਂ ਨੇ ਬੜੀ ਮਿਹਨਤ ਕੀਤੀ ਆ, ਬੜੀ ਸੇਵਾ ਕੀਤੀ ਆ, ਬੜਾ ਜ਼ੋਰ ਲਾਇਆ ਔਰ ਕਣਕ ਬਹੁਤ ਵਧੀਆ ਹੋਈ, ਬੜੀ ਜੰਮੀ। ਜਿਵੇਂ ਕਈ ਵਾਰੀ ਕਹਿੰਦੇ ਆ ਐਤਕੀ ਸਮਾਂ ਬੜਾ ਲੱਗਿਆ, ਬਾਬ ਕੁਦਰਤ ਨੇ ਸਾਥ ਦਿੱਤਾ, ਸਮੇਂ ਨਾਲ ਮੀਂਹ ਪੈ ਗਿਆ ਔਰ ਸਿੱਖਾਂ ਨੇ ਸੇਵਾ ਕਰਕੇ ਉਹਦੀ ਗੋਡੀ ਕੀਤੀ। ਚੰਗੀ ਕਣਕ ਜੰਮੀ ਤੇ ਸਿੱਖ ਗੇੜਾ ਮਾਰਦੇ ਆ, ਕਰਤਾਰਪੁਰ ਰਹਿੰਦੇ ਹੋਏ ਗੱਲਾਂ ਕਰਦੇ ਆ, ਬਾਪੂ ਜੀ ਐਤਕੀ ਨਾ ਬੜਾ ਵਧੀਆ ਸਮਾਂ ਲੱਗਿਆ, ਕਣਕ ਬੜੀ ਜੰਮੀ ਐਤਕੀ, ਚੰਗੀ ਛੱਲੀ ਆ, ਬਹੁਤ ਦਾਣੇ ਆ ਮੋਟੇ। ਅੱਛਾ ਭਾਈ। ਕਈ ਵਾਰੀ ਸਿੱਖਾਂ ਨੇ ਆ ਕੇ ਪਾਤਸ਼ਾਹ ਨੂੰ ਕਹਿਤਾ, ਪਾਤਸ਼ਾਹ ਨੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ,
ਕਹਿੰਦੇ ਠੀਕ ਆ, ਵੱਢੋ ਫਿਰ ਭਾਈ। ਸਾਰੀ ਪੱਕ ਗਈ ਵਿਸਾਖ ਦੇ ਵਿੱਚ, ਸਾਰੀ ਕਣਕ ਵੱਢੀ ਗਈ। ਵੱਢਣ ਤੋਂ ਬਾਅਦ ਪਹਿਲਾਂ ਤਾਂ ਅਲੱਗ-ਅਲੱਗ ਮੰਡਲੀਆਂ ਲੱਗਦੀਆਂ ਸੀ। ਅੱਜ ਬਾਬਾ ਜੀ ਕਹਿੰਦੇ ਸਾਰੀ ਮੰਡਲੀ ਇੱਕ ਥਾਂ 'ਤੇ ਇਕੱਠੀ ਲਾ ਲਓ। ਹੁਣ ਕਰਤਾਰਪੁਰ ਦੀ ਜਿੰਨੀ ਜ਼ਮੀਨ ਆ, ਜੋ ਗੁਰੂ ਪਿਆਰੋ ਸੇਠ ਕਰੋੜੀ ਮਲ ਨੇ ਦਿੱਤੀ ਆ, ਧਰਮਸ਼ਾਲਾ ਦੇ ਨਾਂ ਲਾਈ ਆ, ਉੱਥੇ ਸਤਿਗੁਰੂ ਫਸਲਵਾੜੀ ਕਰਾਉਂਦੇ ਆ। ਉਸੇ ਫਸਲ ਦੇ ਵਿੱਚੋਂ ਲੰਗਰ ਚੱਲਦੇ ਆ, ਖਰਚਾ ਹੁੰਦਾ। ਸਾਰੀ ਵੱਢ ਕੇ ਕਣਕ ਕੜਕ ਹੋਈ, ਸੁੱਕੀ ਪੀਲੇ ਰੰਗ ਦੀ ਸੁਨਹਿਰੀ ਕਣਕ ਇੱਕ ਢੇਰ ਲਾ ਦਿੱਤਾ ਵਿਚਾਲੇ ਕਰਕੇ ਖੇਤਾਂ ਦੇ। ਫਿਰ ਬੜੇ ਖੁਸ਼, ਮਹਾਰਾਜ ਕਮਾਲ ਹੋ ਗਈ, ਬਹੁਤ ਕਣਕ ਨਿਕਲੂ ਐਤਕੀ 40 ਮਣੀ ਕੀ ਮੈਨੂੰ ਲੱਗਦੀ 60-70 ਮਣੀ ਨਿਕਲੂਗੀ। ਕਹੋ ਸਤਨਾਮ। ਆਹੋ ਭਾਈ। ਤੇ ਗੁਰੂ ਪਿਆਰੋ ਜਦੋਂ ਪਾਤਸ਼ਾਹ ਨੇ ਵੇਖਿਆ ਵੀ ਸਾਰੀ ਕਣਕ ਵੱਢ ਲਈ, ਢੇਰ ਲਾਤਾ, ਤੇ ਇੱਕ ਦਿਨ ਸਿੱਖਾਂ ਨੂੰ ਨਾਲ ਲੈ ਕੇ ਕਣਕ ਵੇਖਣ ਆਏ। ਕਹਿੰਦੇ ਚੱਲ ਯਾਰ ਦੇਖ ਕੇ ਆਉਣੇ ਆ ਕਿੰਨੀ ਕੁ ਹੋਈ ਆ। ਹਜੇ ਕੱਢੀ ਨਹੀਂ ਗਈ, ਉਹਦਾ ਵੱਢ ਕੇ ਰੱਖੀ ਪਈ ਆ, ਮੰਡਲ ਲਾ ਕੇ ਵੱਡਾ ਢੇਰ ਲਾ ਕੇ। ਵੇਖਦੇ ਵੇਖਦੇ ਕਹਿੰਦੇ ਆ ਕਰ ਸਿੱਖਾ, ਹਾਂ ਮਹਾਰਾਜ ਇਹਨੂੰ ਅੱਗ ਲਾ ਦੇ। ਵਾਹ ਮਹਾਰਾਜ, ਇੰਨੀ ਮਿਹਨਤ ਕਰਕੇ ਕਮਾਈ ਕੀਤੀ, ਅੱਗ ਲਾ ਦਿਓ। ਮੈਂ ਨਹੀਂ ਲਾਉਂਦਾ ਗਾ। ਪਰ ਤੂੰ ਲਾ ਦੇ। ਨਾ ਮਹਾਰਾਜ, ਸਾਥੋਂ ਅੱਗ ਨਹੀਂ ਲਾਈ ਜਾਂਦੀ। ਅਸੀਂ ਤਾਂ ਮਸਾਂ ਪੈਦਾ ਕੀਤੀ ਆ, ਹੱਥੀਂ ਪਾਲ ਕੇ ਵੱਢੀ ਆ, ਤਿਆਰ ਕੀਤੀ ਆ, ਇਹਦੇ ਨਾਲ ਲੰਗਰ ਚੱਲਣਗੇ। ਤੂੰ ਲਾ ਦੇ ਫਿਰ। ਨਾ ਜੀ ਨਾ, ਮੈਂ ਤਾਂ ਨਹੀਂ ਲਾਉਂਦਾ। ਕਈਆਂ ਨੂੰ 5-7 ਨੂੰ ਪੁੱਛਿਆ ਵੀ ਇਹਨੂੰ ਅੱਗ ਲਾ ਦਿਓ, ਕਹਿੰਦੇ ਜੀ ਸਾਥੋਂ ਅੱਗ ਨਹੀਂ ਲੱਗਦੀ। ਲੈ, ਸੱਥ ਨਹੀਂ ਲਾਈ ਜਾਂਦੀ। ਜੋ ਸਾਰਿਆਂ ਨੇ ਜਵਾਬ ਦੇਤਾ ਨਾ, ਲੈਣਿਆ ਜਾਂ ਇਹਨੂੰ ਸੀਖ ਲਾ ਦੇ। ਹੁਣ ਕਹੋ ਸਤਨਾਮ ਸੀ। ਲੈਣਾ ਜੀ ਕਹਿੰਦੇ 7 ਬਚਨ, ਕਿਉਂਕਿ ਉਹਨਾਂ ਨੇ ਤਾਂ ਮਨ ਵਿੱਚ ਇਹ ਖਿਆਲ ਹੀ ਕਰ ਲਿਆ ਵੀ ਬਾਪੂ ਜੋ ਵੀ ਕਹੇ ਆਪਾਂ ਅੱਗੋਂ ਇਹ ਨਹੀਂ ਕਹਿਣਾ ਵੀ ਕਿਉਂ, 7 ਬਚਨ ਹੀ ਕਹਿਣਾ। ਕਹਿੰਦਾ ਜੀ 7 ਬਚਨ। 7 ਬਚਨ ਕਹਿ ਕੇ ਤੇ ਉਹਨੂੰ ਅੱਗ ਰੱਖਤੀ ਵਿੱਚ, ਚਾਹੇ ਧੁਖਦੀ ਹੋਈ ਅੱਗ ਰੱਖਤੀ। ਉਦੋਂ ਡੱਬੀਆਂ ਤਾਂ ਹੁੰਦੀਆਂ ਨਹੀਂ ਸੀਗੀਆਂ, ਅੱਗ ਹੀ ਚੁੱਲ੍ਹਿਆਂ ਵਿੱਚ ਨੱਪ ਕੇ ਰੱਖੀ ਜਾਂਦੀ ਸੀ। ਲਿਆ ਕੇ ਅੱਗ ਵਿੱਚ ਸਿੱਟਤੀ, ਧੋ ਕਰਕੇ ਸਾਰਾ ਅੱਗ ਦਾ ਜਿਹੜਾ ਭਾਂਬੜ ਉੱਠਿਆ ਤੇ ਜਿਹੜੀ ਕਣਕ ਸਾਰੀ ਮੱਚ ਗਈ। ਸਿੱਖ ਕਹਿੰਦੇ ਮਹਾਰਾਜ ਇਹ ਕੀ ਕੀਤਾ? 6 ਮਹੀਨਿਆਂ ਦੀ ਕਮਾਈ ਸਾਰੀ ਸੜ ਕੇ ਸਵਾਹ ਹੋ ਗਈ, ਲੰਗਰ ਚੱਲਦੇ ਇਹਦੇ ਨਾਲ। ਕਹਿੰਦੇ ਤੁਸੀਂ ਵਾਲੇ ਕਹਿੰਦੇ ਫਿਰਦੇ ਸੀ, ਵਾਲੀ ਵਧੀਆ ਜੰਮੀ ਆ। ਕਹੋ ਸਤਨਾਮ। ਇਸ ਕਰਕੇ ਤੁਹਾਡਾ ਜਿਹੜਾ ਇਹ ਮਾਣ ਜਾਂ ਵਾਲਾ ਹੀ ਹੋ ਗਿਆ ਸੀਗਾ ਵੀ ਅਸੀਂ ਵਾਲੀ ਮਿਹਨਤ ਕੀਤੀ ਹੈ, ਇਸ ਕਰਕੇ ਤੁਹਾਡਾ ਹੰਕਾਰ ਸਾੜਿਆ। ਆਪਾਂ ਕੋਈ ਨਹੀਂ ਦੁਬਾਰੇ ਬੀਜ ਲਾਂਗੇ। ਕਹੋ ਸਤਨਾਮ। ਤੋ ਇਸ ਕਰਕੇ ਗੁਰੂ ਪਿਆਰਿਓ, ਅੱਜ ਗੁਰੂ ਗੋਬਿੰਦ ਸਿੰਘ ਨੇ ਕੌਤਕ ਕਿਉਂ ਕੀਤਾ? ਕਿਉਂਕਿ ਪਿਛਲੇ ਕਈ ਜੰਗ ਲੱਗੇ ਨੇ, ਸ਼ਾਇਦ ਸਿੱਖਾਂ ਨੂੰ ਮਾਣ ਹੋ ਗਿਆ ਕਿ ਅਸੀਂ ਜਿੱਤ ਜਾਂਦੇ ਹਾਂ ਵਾਰੀ ਵਾਰੀ, ਪਹਾੜੀਏ ਹਾਰ ਜਾਂਦੇ ਨੇ। ਤੇ ਸਤਿਗੁਰਾਂ ਨੇ ਇਹਨਾਂ ਦਾ ਮਾਣ ਤੋੜਨ ਵਾਸਤੇ ਔਰ ਇਹ ਵੀ ਦੱਸਣ ਵਾਸਤੇ ਕਿ ਕੇਵਲ ਸਿੱਖ ਗੁਰੂ ਜਿਹੜਾ ਹੈ ਉਹ ਕੋਈ ਮੁਸਲਮਾਨਾਂ ਦਾ ਦੁਸ਼ਮਣ ਨਹੀਂ ਹੈਗਾ, ਕਿਸੇ ਪਹਾੜੀਏ ਦਾ ਦੁਸ਼ਮਣ ਨਹੀਂ, ਕਿਸੇ ਸਿੱਖਾਂ ਦਾ ਮਿੱਤਰ ਨਹੀਂ। ਕਹੋ ਸਤਨਾਮ। ਉਹ ਸਭ ਦਾ ਹੈ। ਸਤਿਗੁਰ ਨੂੰ ਜੇ ਅਸੀਂ ਜਿਹੋ ਜਿਹਾ ਸਮਝਾਂਗੇ, ਗੁਰੂ ਸਾਡੇ ਵਾਸਤੇ ਉਹੋ ਜਿਹਾ ਬਣ ਜਾਵੇਗਾ। ਜੈਸਾ ਸੇਵਾ ਤੈਸਾ ਹੋਏ। ਜੇ ਗੁਰੂ ਕੋਲੋਂ ਅਸੀਂ ਕੋਈ ਵਸਤੂ ਲੈਣ ਵਾਸਤੇ ਆਵਾਂਗੇ, ਜੋ ਸ਼ਰਨ ਆਵੇ ਤੇ ਸਕੰਠ ਲਗਾਵੇ, ਤੇ ਜੇ ਕੋਈ ਚੜ੍ਹ ਕੇ ਆਵੇਗਾ ਫਿਰ ਗੁਰੂ ਉਹੋ ਜਿਹਾ ਹੋ ਜਾਏਗਾ। ਗੁਰੂ ਗੋਬਿੰਦ ਸਿੰਘ ਦੇ ਜੰਗਾਂ 'ਚੋਂ ਵੇਖ ਲਓ, ਜਦੋਂ ਇਹਨਾਂ ਭੀਮ ਚੰਦ ਵਰਗਿਆਂ ਨੇ ਆ ਕੇ ਮਾਫੀ ਮੰਗੀ, ਮਹਾਰਾਜ ਮਾਫ ਕਰ ਦਿਓ, ਗਲਤੀ ਹੋ ਗਈ, ਚੰਗਾ ਭਾਈ ਗਾਂ ਨੂੰ ਸੰਭਲੋ। ਤੇ ਜਦੋਂ ਫੌਜ ਲੈ ਕੇ ਆ ਗਏ, ਫਿਰ ਗੁਰੂ ਸਾਹਿਬ ਵੀ ਕਿਹੜਾ ਚੂੜੀਆਂ ਪਾ ਕੇ ਬੈਠੇ ਆ, ਕਹਿੰਦੇ ਆ ਜਾਓ ਫਿਰ। ਹਾਂ ਤਾਂ ਹਾਂ ਸਹੀ। ਕਹੋ ਸਤਨਾਮ। ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖੋ, ਤੁਹਾਡੇ ਮਨ ਵਿੱਚ ਥੋੜ੍ਹਾ ਮਾਣ ਹੋ ਗਿਆ ਸੀ ਵੀ ਸਾਡੇ ਨਾਲ ਗੁਰੂ, ਅਸੀਂ ਤਾਂ ਹਾਰਦੇ ਨਹੀਂ, ਗੁਰੂ ਉਹਨਾਂ ਨਾਲ ਵੀ ਹੈ। ਪਰ ਉਹਨਾਂ ਨੇ ਗੁਰੂ ਨੂੰ ਮੰਨਿਆ ਨਹੀਂ ਹਾਲੇ। ਜੇ ਕਿਤੇ ਗੁਰੂ ਨੂੰ ਉਹ ਮੰਨ ਲੈਂਦੇ ਤੇ ਗੁਰੂ ਉਹਨਾਂ ਦੇ ਨਾਲ ਵੀ ਸੀ। ਕਹੋ ਸਤਨਾਮ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਗੁਰੂ ਨੂੰ ਨਾ ਗਏ ਦਾ ਸ਼ੋਕ, ਨਾ ਆਏ ਦੀ ਖੁਸ਼ੀ ਹੁੰਦੀ ਹੈ। तो गुर लाखों को समाज ते पताई, समा पाए हानि हो जाई। ਇਹ ਸਮਾਨ ਇਕੱਠਾ ਹੁੰਦਾ ਰਹਿੰਦਾ ਸਿੱਖੋ। ਹੁਣ ਹਰਮੰਦਰ ਆਪਣਾ ਅਨੰਦਪੁਰ ਸਾਹਿਬ 'ਚ ਕਿੰਨਾ ਸਮਾਨ ਇਕੱਠਾ ਹੋਇਆ, ਕਿੰਨੀਆਂ ਵਸਤੂਆਂ ਆਈਆਂ ਹੋਣਗੀਆਂ ਕੀਮਤੀ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸਿੱਖਾਂ ਦੇ ਅੰਦਰ ਐਸਾ ਕੋਈ ਫੁਰਨਾ ਵੇਖਿਆ ਜਿਹੜਾ ਸਿੱਖ ਨੂੰ ਗੁਰੂ ਤੋਂ ਦੂਰ ਲੈ ਜਾਵੇ, ਤੇ ਗੁਰੂ ਫਿਰ ਨਹੀਂ ਚੱਲਦਾ ਕਿ ਮੇਰੇ ਬੱਚੇ ਨੂੰ ਦੂਰ ਕਰਦਾ ਹੈ ਹੰਕਾਰ, ਤਾਂ ਉਸੇ ਵੇਲੇ ਹੰਕਾਰ ਤੇ ਚੋਟ ਕਰਦਾ ਗੁਰੂ। ਕੋ ਸਤਨਾਮ। ਸਿੱਖ ਦੇ ਹੰਕਾਰ ਤੇ ਚੋਟ ਕਰਦਾ।
ਸਿੱਖ ਨੂੰ ਬਚਾਉਣ ਵਾਸਤੇ, ਹੰਕਾਰ ਨੂੰ ਹਟਾਉਣ ਵਾਸਤੇ। ਤਾਂ ਪਾਤਸ਼ਾਹ ਜੀ ਕਹਿੰਦੇ ਲੱਖਾਂ ਦਾ ਸਮਾਨ ਇਕੱਠਾ ਹੋ ਜਾਂਦਾ ਹੈ, ਸਮਾਂ ਪਾ ਕੇ ਉਹਨੇ ਖਤਮ ਵੀ ਹੋਣਾ ਹੁੰਦਾ ਹੈ। ਤੋ ਗੁਰ ਕੀ ਕਛ ਸ਼ੌਕ ਨਾ ਹੋਵੇ, ਨਾਸ਼ਵੰਤ ਪੂਰਬ ਹੀ ਜੋਵੇ। ਗੁਰੂ ਤਾਂ ਪਹਿਲਾਂ ਹੀ ਜਾਣਦਾ ਹੁੰਦਾ ਕਿ ਨਾਸ਼ਵੰਤ ਹੈ। ਗੁਰੂ ਤਾਂ ਜਾਣਦਾ ਗੁਰੂ ਦੇ ਸਿੱਖ ਭਾਈ ਭਿਖਾਰੀ ਦੇ ਅੰਦਰ ਵੀ ਇਹ ਅਵਸਥਾ ਬਣ ਗਈ। ਕਹੋ ਸਤਿਨਾਮ। ਬ੍ਰਹਮ ਗਿਆਨੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ, ਤੇ ਭਾਈ ਭਿਖਾਰੀ ਜੀ ਨੂੰ ਵੀ ਸਮਝ ਆ ਗਈ। ਤੇ ਇਧਰੋਂ ਇੱਕ ਸਿੱਖ ਨੇ ਕਿਤੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲਿਆ, ਮਹਾਰਾਜ ਗੁਰਮੁਖਾਂ ਦੀ ਕੀ ਨਿਸ਼ਾਨੀ ਹੁੰਦੀ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਦੀ ਨਿਸ਼ਾਨੀ ਤਾਂ ਫਿਰ ਤੂੰ ਆ ਕਰ ਪ੍ਰੈਕਟੀਕਲ ਹੀ ਕਰਿਆ। ਕਿੱਥੇ ਮਹਾਰਾਜ? ਕਹਿੰਦੇ ਸਾਡਾ ਇੱਕ ਸਿੱਖ ਹੈ ਭਿਖਾਰੀ ਫਲਾਨੀ ਥਾਂ, ਤੂੰ ਉੱਥੇ ਚਲਿਆ ਜਾ, ਉਹਨੂੰ ਪੁੱਛ ਕੇ ਆ। ਉਹ ਗਿਆ, ਸਾਰਾ ਨਗਰ ਪੁੱਛ ਕੇ ਭਾਈ ਭਿਖਾਰੀ ਦੇ ਘਰ ਪਹੁੰਚਿਆ। ਭਿਖਾਰੀ ਦੇ ਘਰ ਵਿੱਚ ਦਰਵਾਜ਼ੇ ਵਿੱਚ ਮਠਿਆਈਆਂ ਬਣੀ ਜਾਂਦੀਆਂ, ਬੀਬੀਆਂ ਵਿਹੜੇ 'ਚ ਬੈਠੀਆਂ ਗੀਤ ਗਾਈ ਜਾਂਦੀਆਂ। ਪਤਾ ਲੱਗਿਆ ਵੀ ਵਿਆਹ ਦਾ ਮਾਹੌਲ ਹੈ, ਕੋਈ ਵਿਆਹ ਰੱਖਿਆ ਹੋਣਾ ਬੱਚੇ ਦਾ। ਅੰਦਰ ਜਾ ਕੇ ਪੁੱਛਿਆ ਜੀ ਭਿਖਾਰੀ ਜੀ ਦਾ ਘਰ ਇਹੀ ਹੈ? ਕਹਿੰਦੇ ਹਾਂ ਜੀ। ਉਹ ਕਿੱਥੇ ਨੇ? ਪਰਲੇ ਪਾਸੇ ਨੌਰੇ 'ਚ ਬੈਠੇ ਆ। ਅੱਛਾ। ਨੌਰੇ ਵੱਲ ਗਿਆ ਤੇ ਹੈਰਾਨ ਹੋ ਗਿਆ ਵੀ ਕੰਧ ਨਾਲ ਇੱਕ ਬਾਂਸ ਦੀ ਪੌੜੀ ਜੀ ਬਣਾ ਕੇ ਰੱਖੀ ਹੋਈ ਆ, ਰੱਸੀਆਂ ਜੀਆਂ ਬੰਨ੍ਹ ਕੇ। ਔਰ ਗੁਰੂ ਪਿਆਰਿਓ ਪੱਲੀਆਂ ਨੂੰ ਤੋਪੇ ਜਿਹੇ ਲਾ ਰਹੇ ਆ। ਕੁਝ ਸਮਾਨ ਜਿਹਾ ਵੇਖਿਆ ਜਿਵੇਂ ਮਰਗ ਦਾ ਹੁੰਦਾ ਹੈ। ਉਹ ਹੈਰਾਨ ਹੋ ਗਿਆ ਵੀ ਮਰਗ ਹੈ ਕਿ ਵਿਆਹ ਹੈ ਇੱਥੇ। ਕਹੋ ਸਤਿਨਾਮ। ਭਾਈ ਸਾਹਿਬ ਜੀ ਮੈਨੂੰ ਸਮਝ ਨਹੀਂ ਆਈ, ਮੈਨੂੰ ਪੰਜਵੇਂ ਪਾਤਸ਼ਾਹ ਜੀ ਨੇ ਭੇਜਿਆ ਸੀਗਾ ਤੁਹਾਡੇ ਕੋਲ, ਮੈਂ ਪੁੱਛਣ ਤਾਂ ਕੁਝ ਹੋਰ ਆਇਆ ਸੀ ਪਰ ਅੱਗੇ ਕੁਝ ਹੋਰ ਦੇਖ ਰਿਹਾ। ਅਸਲ ਵਿੱਚ ਉਹਦੇ ਸਵਾਲ ਦੇ ਜਵਾਬ ਹੈ ਇਹਦੇ ਵਿੱਚ। ਕਹਿਣ ਲੱਗੇ ਕੀ ਪੁੱਛਣਾ? ਮੈਂ ਤਾਂ ਵੈਸੇ ਪੁੱਛਣਾ ਜੀ ਗੁਰਮੁਖਾਂ ਦੇ ਕੀ ਲੱਛਣ ਹੁੰਦੇ ਆ, ਪਰ ਉਹ ਤਾਂ ਮੈਂ ਚੱਲ ਫੇਰ ਦੇਖੂੰਗਾ ਵੀ ਮੈਂ ਕੀ ਵੇਖਦਾ ਕਿ ਉਧਰ ਵਿਆਹ ਦੀਆਂ ਮਠਿਆਈਆਂ ਤੇ ਇੱਧਰ ਆ ਮਰਗ ਦਾ ਸਮਾਨ। ਬਾਬਾ ਜੀ ਕਹਿੰਦੇ ਦੋਨੇ ਹੀ ਆ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਕਹਿੰਦੇ ਉਹ ਤਾਂ ਠੀਕ ਹੈ, ਪਰ ਵਿਆਹ ਦੇ ਵਿੱਚ ਤਾਂ ਮਰਗ ਨਹੀਂ ਹੁੰਦੀ, ਤੇ ਮਰਗ ਦੇ ਵਿੱਚ ਵਿਆਹ ਦਾ ਸਮਾਨ ਨਹੀਂ ਬਣਦਾ। ਕਹੋ ਸਤਿਨਾਮ। ਕਹਿੰਦੇ ਵੇਖ ਭਾਈ ਸਿੱਖਾ, ਵੈਸੇ ਮੈਂ ਦੱਸਣ ਦੀ ਇੱਛਾ ਨਹੀਂ ਰੱਖਦਾ ਸੀ, ਚੱਲ ਤੁਸੀਂ ਪੁੱਛ ਲਿਆ ਦੱਸ ਦੇਣਾ। ਆਪਣੇ ਪੁੱਤਰ ਦੀ ਸ਼ਾਦੀ ਆ। ਹਾਂ ਮੈਂ ਉਹ ਦੇਖ ਰਿਹਾ ਮਾਰੇ ਮਠਿਆਈ ਬਣੀ ਜਾਂਦੀ, ਬੀਬੀਆਂ ਗੀਤ ਗਾਈ ਜਾਂਦੀਆਂ। ਕਹਿੰਦੇ ਬਸ ਸ਼ਾਦੀ ਹੋਣੀ ਆ ਤੇ ਦੂਜੇ ਦਿਨ ਉਹਦੀ ਮੌਤ ਹੋ ਜਾਣੀ ਆ। ਕਹੋ ਸਤਿਨਾਮ। ਤੇ ਮਹਾਰਾਜ ਮੌਤ ਹੋ ਜਾਣੀ ਹੈ ਤੇ ਫਿਰ ਤੁਸੀਂ ਵਿਆਹ ਕਿਉਂ ਕਰਦੇ ਹੋ ਬੱਚੇ ਦਾ? ਉਹ ਘੱਟੋ ਘੱਟ ਬੀਬੀ ਤਾਂ ਨਾ ਦਾਗੀ ਹੋਵੇ, ਉਹਦਾ ਕਿਤੇ ਹੋਰ ਵਿਆਹ ਹੋ ਜਾਏ। ਕਹੋ ਸਤਿਨਾਮ। ਕਹਿੰਦੇ ਨਹੀਂ ਨਹੀਂ, ਇਹ ਉਹਦਾ ਸੰਜੋਗ ਹੈ, ਵਿਆਹ ਹੋਣ ਤੋਂ ਬਾਅਦ ਮੌਤ ਹੋਣੀ ਆ, ਵਿਆਹ ਹੋਣਾ ਵੀ ਜ਼ਰੂਰੀ ਆ। ਫਿਰ ਮਹਾਰਾਜ ਤੁਹਾਡਾ ਤਾਂ ਗੁਰੂ ਸਾਹਿਬ ਨਾਲ ਬੜਾ ਹੀ ਪਿਆਰ ਆ। ਦੇਖੋ ਮੈਨੂੰ ਕਿੱਥੋਂ ਪੰਜਾਬੋਂ ਗੁਜਰਾਤ ਦੇ ਇਲਾਕੇ 'ਚ ਭੇਜਿਆ ਭਾਈ ਭਿਖਾਰੀ ਜੀ, ਉੱਧਰ ਕਿਤੇ ਰਹਿੰਦੇ ਸੀ, ਇੰਨੀ ਦੂਰ ਭੇਜਿਆ। ਕਹਿੰਦੇ ਠੀਕ ਹੈ ਸਿੱਖਾ, ਤੈਨੂੰ ਭੇਜਿਆ ਤੇ ਫਿਰ ਮਹਾਰਾਜ ਮੈਂ ਬੇਨਤੀ ਕਰਦਾ ਵੀ ਤੁਸੀਂ ਗੁਰੂ ਅਰਜਨ ਦੇਵ ਜੀ ਨੂੰ ਅਰਦਾਸ ਕਰ ਦਿਓ, ਬੇਨਤੀ ਕਰ ਦਿਓ ਵੀ ਮਹਾਰਾਜ ਬੱਚੇ ਥੋੜ੍ਹੀ ਉਮਰ ਵਧਾ ਦਿਓ। ਨਵਾਂ ਵਿਆਹ ਹੋਇਆ, ਚੱਲ ਇੱਕ ਦੋ ਬੱਚੇ ਹੋ ਜਾਣ, ਫੇਰ ਤਾਂ ਘੱਟ ਨਾ ਘੱਟ ਜੇ। ਤੇ ਭਾਈ ਭਿਖਾਰੀ ਕਹਿੰਦੇ ਫਿਰ ਕਿਹੜਾ ਬਚੂਗਾ, ਮਰੂਗਾ ਤਾਂ ਫੇਰ ਵੀ। ਕਹੋ ਸਤਿਨਾਮ। ਫਿਰ ਆਪਾਂ ਨਿੱਕੀ ਜੀ ਗੱਲ ਪਿੱਛੇ ਕੀ ਕਹਿਣਾ ਮਹਾਰਾਜ ਨੂੰ। ਇਹ ਤਾਂ ਫਿਰ ਉਹ ਗੁਰਮੁਖਾਂ ਦੀਆਂ ਨਿਸ਼ਾਨੀਆਂ, ਉਹਨਾਂ ਦੇ ਲੱਛਣ ਹੈ। ਤੇ ਭਾਈ ਭਿਖਾਰੀ ਜੀ ਕਹਿੰਦੇ ਨਹੀਂ, ਮੈਂ ਇਸ ਗੱਲ ਪਿੱਛੇ ਨਹੀਂ ਕਹਿੰਦਾ ਕਿ ਮੇਰੇ ਬੱਚੇ ਦੀ ਥੋੜ੍ਹੀ ਉਮਰ ਵਧਾ ਦਿਓ। ਇਹ ਜੋ ਹੋਣੀ ਹੈ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਤਾਂ ਤੇ ਗੁਰੂ ਕੁਛ ਸ਼ੋਕ ਨਾ ਹੋਵੇ, ਨਾਸ਼ਵੰਤ ਪੂਰਨ ਹੀ ਜੋਵੇ। ਉਹ ਪਹਿਲਾਂ ਹੀ ਸੋਚ ਕੇ ਰੱਖਦਾ ਹੈ ਕਿ ਜੋ ਮੈਂ ਦੇਖ ਰਿਹਾ ਇਹ ਸਭ ਖਤਮ ਹੋਣ ਵਾਲਾ ਹੈ। ਸਮਚਿਤ ਸਦਾ ਰਹੇ ਅੰਧ, ਕਰੇ ਵਿਵੇਕ ਨਾ ਧੁੰਦ ਬਿਲੰਦ। ਇਸ ਕਰਕੇ ਗੁਰੂ ਨੂੰ ਪਹਿਲਾਂ ਹੀ ਪਤਾ ਹੈ ਕਿ ਇਹਨੇ ਜਾਣਾ ਹੈ। ਉਸ ਦੇ ਅੰਦਰ ਫਿਰ ਕੋਈ ਫਿਕਰ ਨਹੀਂ ਹੁੰਦਾ, ਸ਼ੰਕਾ ਨਹੀਂ ਹੁੰਦਾ। ਉਹ ਹਮੇਸ਼ਾ ਹੀ ਆਨੰਦ ਵਿੱਚ ਵਰਤਦਾ ਹੈ, ਜਿਹਨੂੰ ਪਹਿਲਾਂ ਹੀ ਪਤਾ ਹੋਵੇ। ਤਾਂ ਇਸ ਤਰ੍ਹਾਂ ਕਦੇ ਵਿਖੇਪ ਭਾਵ ਭਰਮ ਦੇ ਵਿੱਚ ਨਹੀਂ ਜਾਂਦਾ, ਦੁਖੀ ਨਹੀਂ ਹੁੰਦਾ। ਗੁਰੂ ਭੂਤ ਭਵਿੱਖ ਵਰਤਮਾਨ ਨੂੰ ਜਾਣ ਕੇ ਇੱਕ ਸਮਚਿੱਤ ਰਹਿੰਦਾ। ਅਤੇ ਐਸਾ ਹੀ ਹੋਇਆ। ਉਹ ਸਿੱਖ ਨੇ ਵੇਖਿਆ, ਕੁਝ ਦਿਨਾਂ ਬਾਅਦ ਬਰਾਤ ਚੱਲੀ, ਲੜਕਾ ਵਿਆਹ ਲਿਆਂਦਾ, ਬੜੇ ਸ਼ਗਨ ਮਨਾਏ ਗਏ। ਮਾਂ ਪਿਓ ਨੇ ਜੋ ਵੀ ਰੀਤੀ ਰਿਵਾਜ ਸੀਗਾ, ਲੋਕਾਂ ਰੀਤੀ ਉਹ ਕੀਤੀ।
ਗੁਰਮਤਿ ਅਨੁਸਾਰ ਜੋ ਕਰਨਾ ਸੀ ਕੀਤਾ। ਉਸ ਤੋਂ ਬਾਅਦ ਦੂਸਰਾ ਦਿਨ ਚੜ੍ਹਿਆ ਤੇ ਤੜਕੇ ਹੀ ਰੌਲਾ ਪੈ ਗਿਆ। ਕੀ ਹੋ ਗਿਆ? ਕਹਿੰਦੇ ਰਾਤ ਪਿਆ ਪਿਆ ਮਰ ਗਿਆ। ਘਰ ਵਾਲੀ ਬੱਚੀ ਨੂੰ ਪੁੱਛਿਆ ਵੀ ਕੀ ਹੋ ਗਿਆ ਬੇਟਾ, ਕਿਵੇਂ ਮਰ ਗਿਆ? ਕਹਿੰਦੀ ਜੀ ਪਤਾ ਨਹੀਂ, ਬੀਲਾ ਉੱਠਿਆ ਪੇਟ ਦੇ ਵਿੱਚ ਤੇ ਉਹਦੇ ਨਾਲ ਹੀ ਮੌਤ ਹੋ ਗਈ ਇਸ ਦੀ। ਕਹੋ ਸਤਿਨਾਮ। ਦਰਦ ਉੱਠਿਆ ਇੱਕਦਮ ਪੇਟ ਦੇ ਵਿੱਚ ਤੇ ਬੀਲਾ ਉੱਠਿਆ ਤੇ ਮੌਤ ਹੋ ਗਈ। ਭਾਈ ਭਿਖਾਰੀ ਜੀ ਉਸੇ ਤਰ੍ਹਾਂ ਸਮਚਿਤ ਹੈ ਔਰ ਮੇਲ ਗੇਲ ਤਾਂ ਰੋਂਦਾ ਦੁਖੀ ਹੁੰਦਾ, ਪਰ ਭਾਈ ਭਿਖਾਰੀ ਕਹਿੰਦੇ ਰੋਵੋ ਨਾ। ਜਿਹੜੇ ਹਿਸਾਬ ਨਾਲ ਵਿਆਹ 'ਚ ਆਏ ਸੀ ਉਸੇ ਹਿਸਾਬ ਨਾਲ ਹੁਣ ਚਲੋ ਇਹਦਾ ਸੰਸਕਾਰ ਵੀ ਕਰੇ ਆਈਏ। ਕਹੋ ਸਤਿਨਾਮ ਸਿੰਘ। ਇਹ ਪਰਮੇਸ਼ਰ ਦੀ ਖੇਡ ਹੈ, ਇਹਨੂੰ ਕੌਣ ਬਦਲ ਸਕਦਾ ਹੈ? ਮਰਨਾ ਸੱਚ ਹੈ, ਜਿਉਣਾ ਝੂਠ ਹੈ। ਤਾਂ ਉਸ ਨੂੰ ਇਹ ਤਜਰਬਾ ਗੁਰੂ ਅਰਜਨ ਦੇਵ ਜੀ ਨੇ ਭਾਈ ਭਿਖਾਰੀ ਦੇ ਘਰੋਂ ਕਰਾਇਆ। ਘਟਨਾ ਤਾਂ ਘਟਨੀ ਸੀ, ਪੰਜਵੇਂ ਪਾਤਸ਼ਾਹ ਜੀ ਵੀ ਜਾਣਦੇ ਸੀ ਕਿ ਉੱਥੇ ਘਟਨਾ ਘਟੂਗੀ ਤੇ ਭਾਈ ਭਿਖਾਰੀ ਨੂੰ ਵੀ ਗਿਆਨ ਕਰਾਤਾ ਸੀ, ਪਰ ਭਾਈ ਭਿਖਾਰੀ ਨੇ ਵੀ ਉਸ ਭਾਣੇ ਨੂੰ ਸੱਤ ਕਰਕੇ ਮੰਨਣਾ ਕੀਤਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਇੱਕ ਗਿਆਨ ਦਿੰਦੇ ਨੇ ਕਿ ਗੁਰੂ ਹਮੇਸ਼ਾ ਸਮਚਿਤ ਰਹਿੰਦਾ ਹੈ। ਤਪ ਵੇਖਿਅਤ ਅਰ ਵਰਤਮਾਨ ਮੋਹ ਨ ਹੈ ਵਹਿ ਰਹੇ ਸਮਾਨ। ਕਦੇ ਵੀ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਸਮਿਆਂ ਨੂੰ ਜਾਣ ਕੇ ਵੀ ਗੁਰੂ ਦੇ ਵਿੱਚ ਬਦਲਾਅ ਨਹੀਂ ਆਉਂਦਾ, ਹਮੇਸ਼ਾ ਇੱਕ ਸਮਾਨ ਰਹਿੰਦਾ ਹੈ। ਦੋਹਰਾ ਹਰਕ ਸੋਗ ਕਾ ਦੇਹਰਾ ਖਿਨ ਆਵੇ ਖਿਨ ਜਾਏ। ਦੇਹਰਾ ਮੰਦਰ ਘਰ, ਇਹ ਸਾਡਾ ਸਰੀਰ ਖੁਸ਼ੀ ਗਮੀ ਦਾ ਘਰ ਹੈ। ਇਹਦੇ ਵਿੱਚ ਕਦੇ ਖੁਸ਼ੀ ਆ ਗਈ, ਕਦੇ ਗਮੀ ਆ ਗਈ। ਸੁੱਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਬਾਬਾ ਜੀ ਕਹਿੰਦੇ ਇਹ ਜਿਹੜਾ ਸਾਡਾ ਸਰੀਰ ਰੂਪੀ ਘਰ ਹੈ, ਇਹ ਖੁਸ਼ੀ ਗਮੀ ਦਾ ਘਰ ਹੈ। ਇੱਕ ਆਉਂਦੀ ਹੈ, ਇੱਕ ਚਲੀ ਜਾਂਦੀ ਹੈ। ਜੋ ਜਾਗੇ ਸੋ ਸੁਖੀ ਹੋਏ, ਸੋਏ ਸੋ ਦੁੱਖ ਪਾਏ। ਜਿਹੜਾ ਜਾਗ ਪੈਂਦਾ ਉਹ ਹਮੇਸ਼ਾ ਸੁਖੀ ਰਹਿੰਦਾ, ਜਿਹੜਾ ਸੁੱਤਾ ਰਹਿੰਦਾ ਉਹ ਸੁੱਖਾਂ ਵਿੱਚ ਵੀ ਦੁਖੀ ਹੁੰਦਾ। ਮਤਲਬ ਇਹ ਜਾਗਣ ਸੌਣ ਦਾ ਮਤਲਬ ਕੀ ਹੈ? ਬਈ ਜਿਹਨੂੰ ਗਿਆਨ ਹੋ ਗਿਆ ਉਹ ਜਾਗ ਪਿਆ, ਜਿਹਨੂੰ ਸੋਝੀ ਆ ਗਈ ਵੀ ਆਉਣ ਵਾਲੇ ਸਮੇਂ 'ਚ ਘਟਨਾ ਘਟਣੀ ਹੈ, ਉਹਨੂੰ ਪਹਿਲੇ ਪਤਾ ਲੱਗ ਗਿਆ, ਉਹ ਮੁੜ ਕੇ ਦੁਖੀ ਨਹੀਂ ਹੁੰਦਾ। ਜਿਹੜੇ ਅਗਿਆਨਤਾ ਵਿੱਚ ਸੁੱਤੇ ਪਏ ਹਨ ਉਹ ਸੁੱਖਾਂ ਨੂੰ ਵੀ ਦੁੱਖ ਬਣਾ ਲੈਂਦੇ ਹਨ। ਨਾਮ ਧਿਆਵੋ ਸ਼ਬਦ ਕੋ ਅਰਥ ਵਿਚਾਰੋ ਨਿਤ। ਤੇ ਹੁਣ ਅਸੀਂ ਕਈ ਵਾਰੀ ਵਿਚਾਰ ਕਰਦੇ ਹਾਂ ਵੀ ਦੁੱਖਾਂ 'ਚੋਂ ਕਿਵੇਂ ਨਿਕਲਿਆ ਜਾਵੇ, ਦਲਦਲ 'ਚੋਂ ਕਿਵੇਂ ਨਿਕਲਿਆ ਜਾਵੇ। ਦਲਦਲ ਕੀ ਹੈ? ਦੁੱਖਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ, ਇਹਨਾਂ 'ਚ ਕਿਵੇਂ ਨਿਕਲਿਆ ਜਾਵੇ। ਤੇ ਬਾਬਾ ਜੀ ਨੇ ਸਪਸ਼ਟ ਕਹਿਤਾ, ਸਿਮਰਨ ਕਰੋ, ਗੁਰਬਾਣੀ ਦੀ ਵਿਚਾਰ ਕਰੋ, ਸ਼ਬਦ ਦੀ ਵਿਚਾਰ ਕਰੋ, ਉਹਦੇ ਅਰਥਾਂ ਵਿੱਚ ਧਿਆਨ ਲਾਓ। ਬਾਣੀ ਕਹਿੰਦੀ ਕੀ ਆ ਉਵੇਂ ਚੱਲਣ ਦੀ ਕੋਸ਼ਿਸ਼ ਕਰੋ। ਸੁਣਿਆ ਮੰਨਿਆ ਮਨ, ਕੀਤਾ ਭਾਵ ਦੇ ਮਹਾਵਾਕ ਅਨੁਸਾਰ। ਗੁਰਬਾਣੀ ਸਿੱਖਿਆ ਬਿਨਾ ਤਿਨਾ ਨ ਸੋਗੀ ਮਿੱਤ। ਹੇ ਮਿੱਤਰ, ਗੁਰਬਾਣੀ ਦੇ ਗਿਆਨ ਨੂੰ ਧਾਰਨ ਕਰੇ ਬਿਨਾ ਕਦੇ ਵੀ ਸੋਗ ਦੂਰ ਨਹੀਂ ਹੁੰਦਾ, ਕਦੇ ਵੀ ਦੁੱਖ ਦੂਰ ਨਹੀਂ ਹੋਣੇ, ਜਿੰਨਾ ਚਿਰ ਤੁਸੀਂ ਗੁਰਬਾਣੀ ਦੇ ਗਿਆਨ ਨੂੰ ਜੀਵਨ ਵਿੱਚ ਨਹੀਂ ਢਾਲਦੇ। ਮੰਨੇ ਕੀ ਗੱਤ ਕਹੀ ਨਾ ਜਾਏ, ਜਿਹਨੇ ਮੰਨ ਲਿਆ ਗੱਲ ਉਹਦੀ ਹੈ ਇਹ। ਇਸ ਕਰਕੇ ਗੁਰੂ ਕਿਰਪਾ ਕਰਨ, ਕਹਿੰਦੇ ਗੁਰਬਾਣੀ ਨਾਲ ਜੁੜੋ, ਸ਼ਬਦ ਨੂੰ ਵੀ ਵਿਚਾਰਿਆ ਕਰੋ। ਮਨ ਮਨ ਨਾਈ ਕਾਮਣੀ ਕੋੜਸ ਕਰੇ ਸ਼ਿਗਾਰ। ਕਹਿੰਦੇ ਜੇ ਕੋਈ ਇਸਤਰੀ, ਇੱਕ ਇਸਤਰੀ ਹੈ, ਇੱਕ ਬੱਚੀ ਆ, ਆਪਾਂ ਉਹਦੀ ਸ਼ਾਦੀ ਕਰਨੀ ਆ, ਉਸ ਦੀ ਨੁਹਾਈ ਧਵਾਈ ਕੀਤੀ ਗਈ ਮਲ ਮਲ ਕੇ, ਔਰ ਫਿਰ ਉਸ ਨੂੰ ਸੁੰਦਰ ਲਾਲ ਰੰਗ ਦੇ ਵਸਤਰ ਪਹਿਨਾਏ ਗਏ, ਉਹਦੇ 16 ਸ਼ਿੰਗਾਰ ਕੀਤੇ ਗਏ, ਤਰ੍ਹਾਂ ਤਰ੍ਹਾਂ ਦੇ ਮਹਿੰਦੀ ਲਾਉਣਾ, ਕੇਸ ਗੁੰਦਣੇ ਔਰ ਗਹਿਣੇ ਪਾਉਣੇ ਆਦਿ ਆਦਿ 16 ਸ਼ਿੰਗਾਰ ਇਸਤਰੀ ਦੇ ਮੰਨੇ ਗਏ ਆ। ਕਹਿੰਦੇ ਉਹਦੇ ਸਰੀਰ 'ਤੇ 16 ਸ਼ਿੰਗਾਰ ਕੀਤੇ ਜਾਂਦੇ ਹਨ। ਖਸਮ ਨਾ ਭਾਈ ਕਾ ਫਲ ਸੋ ਸ਼ਰਮਿੰਦੀ ਨਾਰ। ਪਰ ਇੰਨੇ ਸ਼ਿੰਗਾਰ ਕਰਕੇ ਜੇ ਉਹ ਮਾਲਕ ਨੂੰ ਚੰਗੀ ਨਾ ਲੱਗੇ ਫਿਰ ਕਾਹਦੀ ਇਸਤਰੀ ਆ। ਕਹੋ ਸਤਨਾਮ। ਜੇ ਉਹ ਮਾਲਕ ਨੂੰ ਚੰਗੀ ਨਹੀਂ ਲੱਗਦੀ ਤੇ ਮਾਲਕ ਨੂੰ ਚੰਗੀ ਤਾਂ ਲੱਗੂ ਜੀ ਕਿ ਮਾਲਕ ਦੇ ਮੁਤਾਬਕ ਚੱਲੂਗੀ। ਜੇ ਮਾਲਕ ਕਹਿੰਦਾ ਆਪਾਂ ਸਾਦੇ ਰਹਿਣਾ ਤੇ ਫਿਰ ਸਾਦੇ ਹੀ ਰਹੋ, ਮਾਲਕ ਦੀ ਖੁਸ਼ੀ ਸਾਦੇ ਰਹਿਣ 'ਚ, ਤੇ ਫਿਰ ਸਾਦੇ ਰਹਿ ਲਓ। ਜ਼ਰੂਰੀ ਆਪਾਂ ਭਾਰ ਚੱਕਣਾ ਸ਼ਿੰਗਾਰਾਂ ਦਾ। ਕਹੋ ਸਤਨਾਮ। ਜੇ ਮਾਲਕ ਕਹਿੰਦਾ ਜਿਵੇਂ, ਜੇ ਉਵੇਂ ਚੱਲਾਂਗੇ ਤਾਂ ਹੀ ਸਾਨੂੰ ਖੁਸ਼ੀ ਮਿਲ ਸਕਦੀ ਹੈ ਮਾਲਕ ਦੀ। ਜੇ ਅਸੀਂ 16 ਸ਼ਿੰਗਾਰ ਕਰਕੇ ਮਾਲਕ ਦੇ ਐਂਟੀ ਚੱਲਾਂਗੇ ਤੇ ਮਾਲਕ ਤੁਹਾਡੇ ਸ਼ਿੰਗਾਰਾਂ 'ਤੇ ਖੁਸ਼ ਨਹੀਂ ਹੁੰਦਾ ਗਾ। ਪਾਤਸ਼ਾਹ ਦੇ ਬਚਨ ਗੁਰਮਤਿ ਮੁਤਾਬਕ ਸੁਣ ਲਓ। ਇਹ ਉਦਾਹਰਨ ਦਿੱਤੀ ਆ, ਇਹ ਉਦਾਹਰਨ ਹੈ ਕਿ ਇਸਤਰੀ ਨੇ ਆਪਣੇ ਪਤੀ ਦੀ ਖੁਸ਼ੀ ਕਿਵੇਂ ਲੈਣੀ ਆ, ਉਹਦੇ ਮੁਤਾਬਕ ਚੱਲ ਕੇ।
ਗੁਰੂ ਨਾਨਕ ਦੇ ਘਰ ਵਿੱਚ ਵੀ ਲੜਾਈ ਰਹੀ। ਜਦ ਵਿਆਹ ਹੋਇਆ ਸਤਿਗੁਰਾਂ ਨਾਲ ਬਾਬੇ ਨਾਨਕ ਜੀ ਦਾ, ਹੁਣ ਬਾਬਾ ਨਾਨਕ ਜੀ ਤੁਹਾਨੂੰ ਪਤਾ ਵੀ ਬਚਪਨ ਤੋਂ ਹੀ ਦਾਤਾ ਵੰਡਣ ਵਾਲੇ, ਤੇ ਜਦ ਮਾਤਾ ਸੁਲੱਖਣੀ ਆ ਗਈ, ਉਹ ਕਹੇ ਲੈ ਇਹ ਤਾਂ ਸਾਰੇ ਲੁਟਾਈ ਜਾਂਦਾ ਬੈਠਾ ਮੋਦੀ ਖਾਨੇ ਤੇ, ਇੰਨਾ ਪੈਸਾ ਆਉਂਦਾ, ਫਰੀ 'ਚ ਵੰਡੀ ਜਾਂਦਾ ਲੋਕਾਂ ਨੂੰ, ਸਾਧਾਂ ਨੂੰ। ਨਾ ਹੱਥ ਨੇ ਘਰੇ ਹੀ ਆਉਂਦਾ, ਉੱਥੇ ਹੀ ਬੈਠਾ ਰਹਿੰਦਾ, ਉੱਥੇ ਹੀ ਸੌਂ ਜਾਂਦੇ ਆ। ਗੱਲ ਬਣੀ ਕੋਈ, ਮੇਰਾ ਵਿਆਹ ਹੋਇਆ, ਬੇਬੇ ਨਾਨਕੀ ਨਾਲ ਲੜਾਈ ਰਹਿੰਦੀ। ਇੱਕ ਦਿਨ ਕਿਤੇ ਮਹੀਨੇ ਕੁ ਬਾਅਦ ਸੱਸ ਚੰਦੋ ਰਾਣੀ ਮਿਲਣ ਆ ਗਈ, ਸੁਲੱਖਣੀ ਦੀ ਮਾਤਾ। ਬਸ ਫਿਰ ਜਦੋਂ ਹੀ ਕਿਤੇ ਮਾਤਾ ਅੰਦਰ ਵੜੀ, ਮਾਤਾ ਸੁਲੱਖਣੀ ਤਾਂ ਗੱਲ ਲਾ ਕੇ ਉੱਚੀ ਉੱਚੀ ਰੋਣ ਲੱਗੀ। ਚੰਦੋ ਰਾਣੀ ਕਹਿੰਦੀ ਗੱਲ ਕੀ ਹੋ ਗਈ, ਕਿਹੜੀ ਗੱਲੋਂ ਦੁਖੀ ਆ? ਕਹਿੰਦੀ ਤੁਸੀਂ ਮੈਨੂੰ ਇਹਦੋਂ ਤਾਂ ਖੂਹ ਸਿੜ ਦਿੰਦੇ, ਇੱਥੇ ਨਾ ਵਿਆਉਂਦੇ ਤਾਂ ਸਾਧ ਹੈ, ਸਾਧਾਂ ਦਾ ਮੇਲੀ ਹੈ, ਸਾਧਾਂ ਦਾ ਮਿੱਤਰ ਹੈ, ਮੇਰੀ ਗੱਲ ਹੀ ਨਹੀਂ ਸੁਣਦਾ ਗਾ। ਇੰਨੀ ਕਮਾਈ ਆਉਂਦੀ ਹੈ, ਸਾਰੀ ਲੋਕਾਂ ਨੂੰ ਲੁਟਾਈ ਜਾਂਦਾ ਉੱਥੇ, ਨਾ ਘਰੇ ਆ ਕੇ ਕੋਈ ਮੇਰਾ ਦੁੱਖ ਸੁੱਖ ਪੁੱਛਦਾ ਹੈ। ਚੰਦੋ ਰਾਣੀ ਨੇ ਨਾ ਪਾਣੀ ਪੀਤੀ ਨਾ ਚਾਹ ਪੀਤੀ, ਸਿੱਧੀ ਨਾਨਕੀ ਦੇ ਕੋਲੇ ਬੱਜੀ। ਸਾਹਮਣੇ ਘਰ ਸੀਗਾ, ਆਮੋ ਸਾਹਮਣੇ ਘਰ ਬਣਾਏ ਸੀ। ਹਾਂ ਬੇ ਨਾਨਕੀ, ਤੂੰ ਆਪਦੇ ਭਰਾ ਨੂੰ ਸਮਝਾਉਂਦੀ ਕਿਉਂ ਨਹੀਂ? ਮੇਰੀ ਕੁੜੀ ਕਿਉਂ ਵਿਆਹ ਕੇ ਲਿਆਂਦੀ? ਭਾਵ ਜਿਵੇਂ ਬੀਬੀ ਉਦੋਂ ਪਛਾਣ ਨਹੀਂ ਸੀ ਵੀ ਇਹ ਕੋਈ ਮਹਾਂਪੁਰਸ਼ ਬਾਬਾ ਨਾਨਕ ਹੈ, ਉਹ ਤਾਂ ਆਪ ਆਪਣਾ ਜਵਾਈ ਸਮਝਦੇ ਸੀ ਨਾ। ਕੋ ਸਤਨਾਮ, ਇਹ ਤਾਂ ਹੁਣ ਪਤਾ ਲੱਗਿਆ ਉਹ ਕੌਣ ਸੀਗਾ। ਲੜਨ ਲੱਗੀ ਬੇਬੇ ਨਾਨਕੀ ਨਾਲ। ਬੇਬੇ ਨਾਨਕੀ ਕਹਿੰਦੀ ਮਾਸੀ ਲੜਨਾ, ਗੱਲ ਦੱਸ ਕੀ ਹੈ? ਗੱਲ ਪੁੱਛ ਆਪਦੀ ਨੰਦ ਆਪਣੀ ਭਰਜਾਈ ਨੂੰ ਜਿਹਨੂੰ ਵਿਆਹ ਕੇ ਲਿਆਂਦਾ। ਬੇਬੇ ਨਾਨਕੀ ਕਹਿੰਦੀ ਕਿਹੜੀ ਗੱਲ ਦਾ ਟੋਟਾ ਕਰੇ? ਕੋਈ ਪੀਪਿਆਂ 'ਚ ਖੰਡ ਚਾਹ ਹੈ ਨਹੀਂ, ਪਹਿਨਣ ਨੂੰ ਕੱਪੜੇ ਹੈ ਨਹੀਂ, ਕਿ ਸੋਨੇ ਚਾਂਦੀ ਦੇ ਗਹਿਣੇ ਹੈ ਨਹੀਂ, ਮੈਂ ਸਭ ਕੁਝ ਬਣਾ ਕੇ ਦਿੱਤਾ ਆਪਦੀ ਛੋਟੀ ਭਰਜਾਈ ਜਾਣ ਕੇ, ਮੈਂ ਪੂਰਾ ਖਿਆਲ ਰੱਖਦੀ ਹਾਂ। ਤਾਂ ਲੰਮੀ ਗੱਲ ਨਾ ਕਰੀਏ, ਸੱਚ ਚੰਦੋ ਰਾਣੀ ਕਹਿੰਦੀ ਨਾਨਕੀ ਤੂੰ ਸਿਆਣੀ ਹੈ, ਤੂੰ ਵੀ ਇਸਤਰੀ ਹੈ, ਮੈਂ ਵੀ ਇਸਤਰੀ ਹਾਂ, ਉਹ ਵੀ ਇਸਤਰੀ ਹੈ। ਇਸਤਰੀ ਕੋਲੇ 16 ਸ਼ਿੰਗਾਰ ਹੋਣ, ਪਰ ਜੇ ਪਤੀ ਆ ਕੇ ਸੁੱਖ ਸਾਂਦ ਨਾਲ ਪੁੱਛੇ ਤੇ ਉਹਦੇ 16 ਸ਼ਿੰਗਾਰ ਵੀ ਉਹਨੂੰ ਭੈੜੇ ਲੱਗਦੇ ਆ। ਕਹੋ ਸਤਨਾਮ। ਬੇਬੇ ਨਾਨਕੀ ਕਹਿੰਦੀ ਮੇਰਾ ਵੀਰ ਕੋਈ ਗਲਤ ਕੰਮ ਤਾਂ ਕਰਦਾ ਨਹੀਂ ਗਾ, ਉਹ ਠੀਕ ਆ, ਉਹਦਾ ਬਚਪਨ ਤੋਂ ਸੁਭਾਅ ਹੈ ਵੀ ਉਹ ਗਰੀਬਾਂ ਨੂੰ ਵੰਡ ਦਿੰਦਾ, ਲੋੜਵੰਦਾਂ ਨੂੰ ਵਸਤੂਆਂ ਦੇ ਦਿੰਦਾ। ਕਹਿੰਦੀ ਨਹੀਂ ਨਾਨਕੀ, ਤੂੰ ਉਹਨੂੰ ਸਮਝਾ ਵੀ ਉਹ ਘਰੇ ਆਵੇ, ਉਹਦਾ ਸੁੱਖ ਦੁੱਖ ਪੁੱਛੇ, ਕੋਈ ਗੱਲਬਾਤ ਕਰੇ। ਕਹਿੰਦੀ ਘਰੇ ਤਾਂ ਉਹ ਆਉਂਦਾ ਹੈ, ਪਰ ਮਾਸੀ ਆਪਣੀ ਕੁੜੀ ਨੂੰ ਵੀ ਸਮਝਾਈ ਜਾ ਕੇ ਮਾੜੀ ਜੀ ਗੱਲ। ਕੀ? ਉਹਨੂੰ ਇਹ ਕਹਿਦੀ ਵੀ ਜਦੋਂ ਨਾਨਕ ਘਰੇ ਆਵੇ ਨਾ, ਨੌਕਰਾਂ ਤੋਂ ਉਹਦੀ ਸੇਵਾ ਨਾ ਕਰਾਵੇ, ਆਪ ਉਹਨੂੰ ਪਾਣੀ ਫੜਾਵੇ, ਹੱਥ ਮੂੰਹ ਧਵਾਵੇ, ਉਹਦੇ ਪੈਰ ਧੋਵੇ ਤੇ ਉਸ ਨੂੰ ਪੱਖਾ ਝੱਲੇ। ਤੇ ਦੂਜੀ ਗੱਲ, ਜਿਵੇਂ ਉਹਦਾ ਪਤੀ ਕਹਿੰਦਾ ਉਵੇਂ ਚੱਲ ਪਏ, ਬਸ ਸੁੱਖ ਵਰਤ ਜੂ, ਇੰਨੀ ਤਾਂ ਗੱਲ ਹੈ। ਇਹ ਜੁਗਤੀ ਹੈ। ਸੱਸ ਨੂੰ ਸਮਝਾਇਆ ਤੇ ਸੱਸ ਨੇ ਜਾ ਕੇ ਆਪਣੀ ਕੁੜੀ ਨੂੰ ਸਮਝਾਇਆ ਵੀ ਧੀਏ, ਅਸਲ ਵਿੱਚ ਤੂੰ ਪਲੀਆਂ ਲਾੜ ਮਲਾਰ 'ਚ ਪੇਕਿਆਂ ਦੇ ਘਰ 'ਚ, ਤੇ ਤੇਰੇ ਉੱਤੇ ਅਸੀਂ ਹੁਕਮ ਨਹੀਂ ਚਲਾਇਆ, ਤੂੰ ਜਿਵੇਂ ਕਿ ਅਸੀਂ ਉਵੇਂ ਕਰਦੇ ਰਹੇ, ਪਰ ਹੁਣ ਤੈਨੂੰ ਆਪਦੇ ਪਤੀ ਦੇ ਹੁਕਮ ਅਨੁਸਾਰ ਚੱਲਣਾ ਪੈਣਾ। ਜੇ ਤੇਰਾ ਪਤੀ ਵੰਡਦਾ ਉਹ ਉੱਥੇ ਵੰਡਦਾ, ਤੂੰ ਇੱਥੇ ਵੰਡੀ ਜਾਇਆ ਕਰ। ਕਹੋ ਸਤਨਾਮ। ਉਹਨੂੰ ਇਸੇ ਕੰਮ 'ਚ ਹੀ ਖੁਸ਼ੀ ਹੈ ਤੇ ਆਈ ਸਹੀ। ਜੁਗਤੀ ਲੱਭ ਗਈ, ਮਾਤਾ ਸੁਲੱਖਣੀ ਉਸੇ ਤਰ੍ਹਾਂ ਹੀ ਚੱਲ ਪਏ। ਕਹੋ ਸਤਨਾਮ। ਬਾਬਾ ਨਾਨਕ ਵੀ ਇਹੀ ਚਾਹੁੰਦਾ ਸੀਗਾ ਗਰੀਬਾਂ ਦਾ ਭਲਾ। ਹੁਣ ਮਾਤਾ ਸੁਲੱਖਣੀ ਦਰ ਤੇ ਗਰੀਬ ਆਉਂਦਾ ਤੇ ਮਾਤਾ ਸੁਲੱਖਣੀ ਵੀ ਦੇਣ ਲੱਗੇ ਵਸਤੂਆਂ। ਨਾਨਕ ਜੀ ਤੇ ਮਾਤਾ ਜੀ ਦਾ ਜਿਹੜਾ ਸੀਗਾ, ਜਿਹੜੀ ਮੱਤ ਮਿਲ ਗਈ, ਹੁਣ ਬਸ ਮੱਤ ਮਿਲ ਗਈ। ਜਿਵੇਂ ਕਈ ਵਾਰੀ ਕਹਿੰਦੇ ਕਿਸੇ ਨਵਾਂ ਨਵਾਂ ਵਿਆਹ ਹੋਇਆ, ਲੜਾਈ ਜੀ ਰਹਿੰਦੀ ਆ, ਅਸੀਂ ਮਾਲਵੇ ਦੀ ਬੋਲੀ 'ਚ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ, ਥੋੜ੍ਹਾ ਦਿਨ ਇਹ ਗਲਾਰੀਆਂ ਦੰਦੇ ਘਸ ਕੇ ਆਪੇ ਹੀ ਸੈੱਟ ਹੋ ਜਾਣਾ। ਕਹੋ ਸਤਨਾਮ। ਇਹ ਥੋੜ੍ਹੇ ਦਿਨ ਖੜਖੜ ਜੀ ਹੁੰਦੀ ਆ। ਤਾਂ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਅਸਲ ਦੇ ਵਿੱਚ ਜਿੰਨਾ ਚਿਰ ਅਸੀਂ ਮਾਲਕ ਨੂੰ ਭਾਉਂਦੇ ਨਹੀਂ, ਤੇ ਮਾਲਕ ਨੂੰ ਤਾਂ ਭਾਵਾਂਗੇ ਜੇ ਮਾਲਕ ਦੇ ਮੁਤਾਬਕ ਚੱਲਾਂਗੇ, ਨਹੀਂ ਤਾਂ ਨਹੀਂ ਭਾਉਂਦੇਗੇ। ਉਦਾਹਰਨਾਂ ਮੈਂ ਕਿੰਨੀਆਂ ਕੁ ਦੇ ਦਿਆਂ ਤੁਹਾਨੂੰ। ਉਸ ਤੋਂ ਬਾਅਦ ਮਾਤਾ ਸੁਲੱਖਣੀ ਉਵੇਂ ਚੱਲਣ ਲੱਗੇ, ਫਿਰ ਉਹਨਾਂ ਘਰ 2 ਪੁੱਤਰ ਵੀ ਹੋ ਗਏ। ਕਹੋ ਸਤਨਾਮ। ਤੋ ਇਸ ਕਰਕੇ ਗੁਰੂ ਪਿਆਰਿਓ, ਮਲਮਲ ਨਹਾਈ ਕਾਮਨੀ ਖੋਰਸ ਕਰੇ ਸ਼ਿੰਗਾਰ, ਖਸਮ ਨ ਭਾਈ ਕਹਾਂ ਫਲ ਸੋ ਸ਼ਰਮਿੰਦੀ ਨਾਰ। ਫਿਰ ਦੱਸੋ ਬਈ ਉਸ ਦੇ ਸ਼ਿੰਗਾਰ ਕੰਮ ਆਏ ਜੇ ਮਾਲਕ ਨੂੰ ਉਹ ਚੰਗੀ ਨਹੀਂ ਲੱਗੀ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਬਿਨ ਸਤਿਗੁਰ ਸੁਖ
कदे ना पावे भाई फिर पछोतावे। इस करके उस तो बाद काफ़ी समा एक दोने पुत्र हो गए सीगे। नानक जी फिर तुहानूं पता भी वो रवाब ले आंदी ते फिर उस तरह चल पिया काम। तो एक दिन फिर माता सुलखणी नूं उहदे माता पिता सहुरे ले गए, अपने पेके ले गए। भी जदों नानक घरों ही निकल गया, महीना महीना घरे वड़दा ही नहीं गा, चाके रवाब तुरिया फिरदा, तो हुण इत्थे किहदे कोले रहूगी? वो तो साध बन गया, शमशान घाट में जा बैठा। तो पेके ले गए। तो इधर पातशाह जी ने 4 उदासियां लाइया तो माता जी पेके रहे। एक बच्चा बेबे नानकी कोले रहा, वड्डा श्री चंद ते छोटा उत्थे चलिया गया। 4 उदासियां तो बाद धन गुरु नानक देव जी करतारपुर वसा के ते बटाले आ गए। तो बटाले खेतों च बैठे आ। पता लग्या मूला खत्री ते चंदो राणी भजे भजे लड़न लगे। बस आही कसर रह गई सी, क्योंकि लोग चाहते हैं साडा जवाई आए पैंट शर्ट पा के आवे, गृहस्थियां वाले कपड़े पा के आवे, टौर है। तो बाबा नानक तो आ गया सारा ने कपड़े पा के, कहो सतनाम, क्योंकि प्रचार करते फिरते सी, उवें ही आ गए तुरे फिरदे। कहनी बस आही कसर रह गई सी, साडे पिंड विच भी आके साडा नक वढ़ता। बाबा जी अगों कुछ नहीं बोलते सीगे, इन्हां दा सुभाਅ सीगा, ना माँ प्यो मूहरे बोले तो ना सस सहुरे मूहरे बोले। कहो सतनाम। दोने सस सहुरा लड़न लगे आके उन्होंने, वो बैठे चुप करे। उत्थे खेत का मालक हिते रंधावे का पुत्र अजिता रंधावा भी आ गया। इन्ने माता नूं पता लगे सुलखणी नूं कि मेरा पति आया। वो भी भजी भजी आई खूह ते, वो भी लड़न लगी। माँ प्यो के मुताबिक वो भी लड़न लगी। कहते अजिता रंधावा कहना वेख भैणे तू नहीं लड़ना गा, तेरा तो ये बिना सरना ही नहीं गा, तू ना कुछ भी उच्चा नीवा बोल, तेरे माँ प्यो लड़ी जान तो लड़ी जान, इन्ना तो सर जूगा, तू तो ये कोले वसना जाके। कहो सतनाम। फिर रोन लग पई। कहनी फिर मैं करा की वीरा, मैं कित्थे जावां? मैनू इत्थे कई साल हो गए बैठी नूं, आंढना गवाढ़ना चाची कुड़े तू हजे गई नहीं, की गल लड़ लुड़ के तो नहीं आ गई किते? मैनू ताने वजदे है, कदे इधरली ताई आ जाती है, कदे इधरली बुढ़ी आ जाती है। तो जदों पुछदियां फिर शर्म तो आउंदी है ना बेचारी कुड़ी नूं, भी मैनू कहंदियां ते मैं की करा, पति मेरा लैके नहीं जाता, मैं इत्थे बैठी हाँ पेकियां दे बाहर च। रोन लग पई। अजिता रंधावा कहंदा रो ना भैणे, कोई गल नहीं, मेरे घर च दाने मुक्के नहीं, जे बापू दे करने तो मेरे कोल आ जा। ते मूला खत्री कहना आहो ये कसर तू कढ़ दे, रहिंदी खुंदी भी जवाक नूं रोटी नहीं खवा सकिया। कहो सतनाम। फिर मैं हुण की करा, दस की करा, मैं चौधरी हाँ पिंड दा, तुहाडा न्याय तां करना। अखीर सुलखणी रो के कहन लगी मैनू नाल लै जा, जिथे तू रहना मैनू उत्थे लै चल। बाबा नानक कहना भुख नंग दा घर हाँ मैं। कहो सतनाम। मेरे को गरीबी कट्टनी पऊगी। सुलखणी कहनी मैं तेरे को गरीबी कट लूँ, घट्टो घट्ट ताने तानी मिलणगे मैनू थां थां तो। कहो सतनाम। तेरे को रुखी सुखी काके समा लगा लूँगी, जिहो जी खवा देगा खा लूँगी, पर किरपा करके मैनू इत्थों लै चल। तो बाबा जी कहने जे गरीबी मंजूर है तो आ जा। वैसे तो गुरु नानक के घर च किसी चीज़ का घाटा नहीं सीगा, पर मतलब अजकल के साधा वांगू चेलियां नूं लालच नहीं सी विखाउंदे। बई एक चेला आया तो उन्होंने सोने की मुंदरी बना के देती, तो 100-150 होर इकट्ठे कर लिया। बई बाबा तो यार मुंदरियां बनता, नोट बनता, तुसी भी चलिया करो। वो दूजे भी 100-150 लालच में चल पे, भी वो बाबे ने फलाने सेवक नूं, फलाने अपने पहरेदार नूं सोने की मुंदरी, फलाने नूं 1000 रुपया, फलानिया का घर पता। ये लालच है कि लोग मेरे मगर बाहले जुड़न, पर बाबा नानक का घर है जिहड़ा लालची नहीं है। कहो सतनाम। सुलखणी नूं कहंदे जे गरीबी मंजूर है तो फिर आ जा दोने बच्चों नूं लैके। कहंदी उस वेले बेबे सुलखणी अपने दोने पुत्रां नूं लैके, जो वड्डे वड्डे हो चुके सीगे, आ गई। तो उत्थे पातशाह करतारपुर जिहड़ा घर पा लिया सीगा उत्थे लिजा वसाया। खैर विचारा इत्थे रोकदे आ, गुरु किरपा करन। गुरु जो कहता है असी तां प्रवान होवांगे, तां सुखी वसांगे जे गुरमत अनुसार चलांगे। इत्थे गरीबी मंजूर है, इत्थे गुरु प्यारो हंकार मंजूर नीगा, निमरता मंजूर है। प्रीतम जी कहंदे गुरु जो आया नाम तर लहरी डुब की दूर। गुरु जी दे पास जो सिंह नाम धार के आया है
ਕਿ ਮੈਂ ਗੁਰੂ ਜੀ ਦਾ ਸਿੱਖ ਹਾਂ, ਅਗਰ ਉਹ ਲੋਭ ਲਾਲਚ ਦੀ ਲਹਿਰ ਤੋਂ ਦੂਰ ਰਹੇ, ਸੋਈ ਸਿੱਖ ਪਾਣਾ ਤਰੇ ਗੁਰ ਕੇ ਸਦਾ ਹਜੂਰ। ਬਸ ਉਹੀ ਸਿੱਖ ਗੁਰੂ ਨੂੰ ਮਨਜ਼ੂਰ ਹੈ ਜਿਹੜਾ ਗੁਰੂ ਦੇ ਭਾਣੇ ਨੂੰ ਮੰਨਦਾ ਹੈ। ਖੈਰ ਅਗਲੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਚੌਪਈ ਐਮ ਸ਼੍ਰੀ ਸਤਿਗੁਰ ਕੇ ਸੁਣ ਬੈਨਾ, ਪਰਚੇ ਸੁਖ ਸੋ ਸਿੱਖ ਸੁਚੈਨ। ਦੇਖੋ ਅੱਜ ਕਿੰਨਾ ਨੁਕਸਾਨ ਕਰਾ ਕੇ ਸਿੱਖਾਂ ਨੂੰ ਪ੍ਰੈਕਟੀਕਲ ਕਰਵਾ ਕੇ ਦੱਸਿਆ ਵੀ ਮੇਰੇ ਸਿੱਖ ਲਾਲਚੀ ਨਹੀਂ ਹੋਣੇ ਚਾਹੀਦੇ। ਕਹੋ ਸਤਿਨਾਮ। ਫਿਕਰ ਨਾ ਕਰੋ, ਚਲਿਆ ਗਿਆ ਤਾਂ ਚਲਿਆ ਗਿਆ, ਇਹ ਆਇਆ ਵੀ ਆਈ ਸੀ ਤੇ ਜਿਵੇਂ ਆਇਆ ਸੀ ਉਵੇਂ ਚਲਿਆ ਗਿਆ, ਕੋਈ ਗੱਲ ਨਹੀਂ, ਫਿਕਰ ਨਾ ਕਰੋ। ਖਾਨ ਪਾਨ ਕਰ ਜਾਮਨ ਮਾਹੀ, ਸੁਪਤੇ ਕੇ ਚਿਤ ਨਾਹੀ। ਖੈਰ ਸ਼ਾਮਾਂ ਦਾ ਲੰਗਰ ਤਿਆਰ ਹੋ ਗਿਆ, ਸਭ ਨੇ ਭੋਜਨ ਛਕਿਆ, ਹੁਣ ਸਾਰੇ ਆਰਾਮ ਕਰ ਰਹੇ ਆ, ਫਿਰ ਤੜਕੇ ਉੱਠਣਗੇ, ਅਗਲੀ ਜੰਗ ਚੱਲੂਗੀ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व मैं पंचन गुणदास, हे संगी हे निरंकार हे निर्गुण सब टेक, हे गोविंद हे गुण निधान, जाके सदा विवेक, हे अपरंपर हर हरे, हो बनहार, हे संत कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, ये परोए, आए प्रभ शरणागति, कृपा नित दयाल, एक अखर हर मन बसत, निहाल, एक ओंकार सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह।